ਹੁਣ ਇਹਨਾਂ ਗੱਲਾਂ ਤੋਂ ਛੁਟਕਾਰਾ ਹੋ ਗਿਆ, ਹੁਣ ਨਹੀਂ ਲੱਭਣਾ ਪੈਂਦਾ। ਉਹਦਾ ਕਾਰਨ ਕੀ ਹੈ? ਜਿਹੜਾ ਸਮਾਂ ਜੰਗਲਾਂ ਵਿੱਚ ਜਾ ਕੇ ਲੱਭਣਾ ਸੀ, ਜਿਹੜਾ ਸਮਾਂ ਜਾ ਕੇ ਪਹਾੜਾਂ ਤੀਰਥਾਂ 'ਤੇ ਲੱਭਣਾ ਸੀ, ਉਹਦੇ ਵੱਲੋਂ ਛੁੱਟ ਗਏ ਆ, ਛੁਟਕਾਰਾ ਹੀ ਹੋ ਗਿਆ। ਉਹ ਸਮਾਂ ਨਹੀਂ ਲਾਉਣਾ ਪਵੇਗਾ। ਕਿਉਂ ਨਹੀਂ ਲਾਉਣਾ ਪਵੇਗਾ? ਮਹਾਰਾਜ ਫਰਮਾਉਂਦੇ ਹਨ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਕਿਉਂਕਿ ਸਤਿਗੁਰਾਂ ਨੇ ਉਹ ਪਰਮਾਤਮਾ ਨੂੰ ਹਿਰਦੇ ਘਰ ਵਿੱਚ ਹੀ ਵਿਖਾ ਦਿੱਤਾ ਹੈ, ਜਿਹਨੂੰ ਬਾਹਰ ਲੱਭਦੇ ਫਿਰਦੇ ਨੇ। ਹੁਣ ਬਾਹਰ ਲੱਭਣ ਦੀ, ਵੇਖਣ ਦੀ ਲੋੜ ਨਹੀਂ। ਘਰ ਹੀ ਮਾਹੇ, ਹਿਰਦੇ ਘਰ ਵਿੱਚ ਹੀ ਵਿਖਾ ਦਿੱਤਾ ਹੈ, ਅੰਦਰੋਂ ਹੀ ਮਿਲ ਗਿਆ ਹੈ। ਬਚਨ ਆਪਾਂ ਪੜ੍ਹਦੇ ਹਾਂ ਫਰੀਦਾ, ਫਰੀਦ ਸਾਈਂ ਦਾ ਬਚਨ ਗੁਰਬਾਣੀ, ਜੰਗਲ ਜੰਗਲ ਕਿਆ ਭਵੇ ਵਨ ਕੰਢਾ ਮੋੜੇ। ਜੇ ਦੁਨੀਆ ਦੇ ਲੋਕ ਜੰਗਲ ਵਿੱਚ ਘੁੰਮਦੇ ਨੇ, ਫਿਰਦੇ ਨੇ, ਰੱਬ ਨੂੰ ਲੱਭਦੇ ਪਏ, ਤੇ ਤਾਂ ਹੀ ਇਹ ਬਚਨ ਆਉਂਦਾ ਨਾ ਵੀ ਤੂੰ ਵਨਾਂ ਦੇ ਕੰਢੇ ਕਿਉਂ ਪੈਰਾਂ ਵਿੱਚ ਮਰਵਾਉਂਦਾ ਪਿਆ। ਜੰਗਲ ਜੰਗਲ ਕਿਆ ਭਵੇ ਵਨ ਕੰਢਾ ਮੋੜੇ, ਵਸੀ ਰੱਬ ਹਿਆਲੀਏ। ਰੱਬ ਤੇਰੇ ਹਿਰਦੇ ਵਿੱਚ ਵਸਦਾ ਹੈ। ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਪਹਿਲਾਂ ਦੁਨੀਆ ਦੇ ਲੋਕ ਬਾਹਰ ਲੱਭਦੇ ਫਿਰਦੇ, ਪਰ ਜਦੋਂ ਪੂਰਾ ਗੁਰੂ ਮਿਲ ਜਾਂਦਾ ਨਾ, ਪੂਰਾ ਮੁਰਸ਼ਿਦ ਮਿਲ ਜਾਂਦਾ, ਫਿਰ ਉਹ ਦੱਸ ਦਿੰਦਾ ਵੀ ਭਾਈ ਭਲਿਆ, ਉਹ ਰੱਬ ਬਾਹਰ ਥੋੜ੍ਹੀ ਕਿਤੇ ਬੈਠਾ, ਉਹ ਤੇਰੇ ਅੰਦਰ ਬੈਠਾ ਹੈ। ਗੁਰੂ ਘਰ ਹੀ ਮਾਹੇ ਦਿਖਾਇਆ ਥਾ। ਸਤਿਗੁਰੂ ਹਿਰਦੇ ਵਿੱਚ ਹੀ, ਅੰਤःਕਰਨ ਦੇ ਵਿੱਚ ਹੀ ਉਹ ਪਰਮਾਤਮਾ ਜੋ ਹੈ, ਜਿਸ ਨੂੰ ਬਾਹਰ ਲੱਭਦੇ ਫਿਰਦੇ, ਉਹ ਦਿਖਾ ਦਿੱਤਾ ਹੈ। ਹੁਣ ਬਾਹਰ ਜੰਗਲਾਂ ਅਤੇ ਤੀਰਥਾਂ 'ਤੇ ਲੱਭਣ ਦੀ ਲੋੜ ਨਹੀਂ ਹੈ। ਹੁਣ ਛੁੱਟ ਗਏ ਉਸ ਵੱਲੋਂ, ਉਹ ਸਮਾਂ ਬਚ ਗਿਆ ਹੈ। ਉਹੀ ਸਮਾਂ ਹੁਣ ਬੰਦਗੀ ਕਰਦੇ ਹਾਂ। ਅਨਭਉ ਅਚਰਜ ਰੂਪ ਪ੍ਰਭ ਵੇਖਿਆ। ਆਪਣੇ ਅਨੁਭਵ ਦੁਆਰਾ, ਅਨੁਭਵ ਕੀ ਹੈ? ਅੰਦਰ ਦੀ ਜੋਤ ਦੁਆਰਾ ਅਨੁਭਵ ਕਰਕੇ ਉਸ ਨੂੰ ਵੇਖਿਆ ਹੈ। ਭਗਤ ਨਾਮਦੇਵ ਜੀ ਪ੍ਰਸ਼ਾਦਾ ਬਣਾਉਂਦੇ ਤੇ ਕੁੱਤਾ ਲੈ ਗਿਆ, ਤੇ ਅਨੁਭਵ ਹੀ ਹੈ ਨਾ ਵੀ ਇਹਦੇ ਵਿੱਚ ਵੀ ਉਹ ਬੈਠਾ ਹੈ। ਉਸੇ ਅਨੁਭਵ ਦੇ ਨਾਲ ਹੀ ਉਸ ਨੂੰ, ਉਸ ਦੇ ਦਿਦਾਰੇ ਕਰ ਲੈ, ਦਰਸ਼ਨ ਕਰ ਲੈ। ਕਹਿਣ ਲੱਗੇ ਭਾਈ ਅਨਭਉ, ਅਨੁਭਵ ਦੇ ਨਾਲ ਉਸ ਨੂੰ ਵੇਖਿਆ ਹੈ। ਫਿਰ ਫਰਮਾਉਂਦੇ ਹਨ, ਅਨਭਉ ਅਚਰਜ ਰੂਪ ਪ੍ਰਭ ਵੇਖਿਆ। ਅਨਭਉ ਤੋਂ ਭਾਵ ਹੈ ਭਉ ਤੋਂ ਰਹਿਤ। ਅਨਭਉ ਡਰ ਤੋਂ ਰਹਿਤ। ਭਉ ਨਾਮ ਡਰ ਦਾ, ਅਨ ਨਾਮ ਨਾਉ ਨਾ, ਡਰ ਤੋਂ ਰਹਿਤ ਜੋ ਪਰਮਾਤਮਾ ਹੈ, ਉਸ ਪਰਮਾਤਮਾ ਨੂੰ ਵੇਖ ਲਿਆ ਹੈ। ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ। ਉਹਦੇ ਤੋਂ ਛੁੱਟ ਸਾਰੀ ਦੁਨੀਆ ਡਰ ਵਿੱਚ ਹੈ, ਕੋਈ ਇਹੋ ਜਿਹਾ ਨਹੀਂ। ਨਿਰਭਉ ਨਿਰੰਕਾਰ ਸੱਚ ਏਕ, ਇੱਕ ਪਰਮਾਤਮਾ ਹੈ ਜਿਹੜਾ ਨਿਰਭਉ ਹੈ, ਜਿਸ ਨੂੰ ਨਿਰੰਕਾਰ ਕਿਹਾ ਹੈ। ਉਹਦੇ ਤੋਂ ਬਿਨਾਂ ਸਾਰੀ ਦੁਨੀਆ ਡਰ ਵਿੱਚ ਹੀ ਹੈ। ਡਰ ਤੋਂ ਬਾਹਰ ਹੀ ਕੋਈ ਨਹੀਂ ਹੈ। ਵੱਡੇ ਤੋਂ ਵੱਡਾ ਸ਼ਕਤੀਸ਼ਾਲੀ, ਭਾਵੇਂ ਕੋਈ ਰਾਜਾ ਸਮਰਾਟ ਹੈ, ਭਾਵੇਂ ਕੋਈ ਦੇਵਤਾ ਹੈ, ਭਾਵੇਂ ਕੋਈ ਪੈਗੰਬਰ ਹੈ, ਸਾਰੇ ਭੈ ਦੇ ਵਿੱਚ, ਸਾਰੇ ਡਰ ਵਿੱਚ। ਪਰ ਇੱਕ ਪਰਮੇਸ਼ਰ ਹੈ ਜਿਹੜਾ ਨਿਰਭਉ ਹੈ। ਕਹਿਣ ਲੱਗੇ ਭਾਈ ਬਚਨ ਇਹ ਹੈ, ਅਨਭਉ, ਜਿਸ ਦਾ ਸਰੂਪ ਡਰ ਤੋਂ ਰਹਿਤ ਹੈ। ਐਸਾ ਅਚਰਜ ਸਰੂਪ ਪਰਮਾਤਮਾ ਆਸਾ ਨੇ ਆਪਣੇ ਮਨ ਵਿੱਚ ਵੇਖ ਲਿਆ ਹੈ। ਮੇਰਾ ਮਨ ਛੋੜ ਨ ਕਤਹੂ ਜਾਇਆ ਤਾ। ਹੁਣ ਉਸ ਪਰਮਾਤਮਾ ਦੇ ਵਿੱਚ ਮਨ ਇੰਨਾ ਮਿਲ ਗਿਆ ਵੀ ਛੱਡ ਕੇ ਕਿਤੇ ਮਨ ਜਾਂਦਾ ਹੀ ਨਹੀਂ। ਸਾਡਾ ਮਨ ਇਹ ਹੈ ਵੀ ਸਾਡਾ ਮਨ ਕਰਦਾ ਹੀ ਨਹੀਂ ਵੀ ਪਰਮਾਤਮਾ ਨੂੰ ਕਦੇ ਯਾਦ ਕਰੀਏ, ਚੇਤੇ ਹੀ ਨਹੀਂ ਕਰਦਾ। ਜੇ ਅਸੀਂ ਬਾਣੀ ਪੜ੍ਹਦੇ, ਮਨ ਫਿਰ ਵੀ ਦੌੜ ਜਾਂਦਾ ਹੈ, ਕਿਉਂਕਿ ਸਾਡੇ ਮਨ ਨੂੰ ਆਦਤ ਨਹੀਂ ਹੈ। ਪਰ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਆਦਤ ਪਾ ਲਈ ਨਾ ਪਰਮਾਤਮਾ ਦੇ ਨਾਮ ਦੀ, ਉਹਨਾਂ ਦਾ ਮਨ ਛੱਡ ਕੇ ਕਿਤੇ ਜਾਂਦਾ ਨਹੀਂ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ। ਖਾਈ ਚੱਲ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗ ਜਾਂਦੀ, ਐਸੇ ਜਿਹੜੇ ਗੁਰਮੁਖ ਨੇ, ਪਾਤਸ਼ਾਹ ਕਹਿਣ ਲੱਗੇ ਉਹਨਾਂ ਦਾ ਮਨ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ। ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਮਾਨਕ ਪਾਇਓ ਰੇ, ਪਾਇਓ ਹਰ ਪੂਰਾ ਪਾਇਆ ਥਾ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਰੇ ਤੋਂ ਭਾਵ ਹੈ ਇਹ ਭਾਈ ਜਿਨ੍ਹਾਂ ਨੇ ਮਾਨਕ, ਮਾਨਕ ਤੋਂ ਭਾਵ ਹੈ ਸਰਵਨ ਕਰਨਾ, ਪਰਮਾਤਮਾ ਦੇ ਨਾਮ ਨੂੰ ਸੁਣਨਾ। ਜਿਨ੍ਹਾਂ ਨੇ ਸੁਣ ਕੇ ਫਿਰ ਉਹਦਾ ਮੰਨਣ ਕੀਤਾ ਵੀ ਹਾਂ ਇਹ ਬਚਨ ਮੰਨਣਾ ਵੀ ਹੈ। ਤੇ ਤੀਜਾ ਬਚਨ ਹੈ ਨਿਧਿਆਸਨ ਕਰਨਾ। ਨਿਧਿਆਸਨ ਤੋਂ ਭਾਵ ਹੈ ਕਮਾਈ ਕਰਨੀ। ਜਿਨ੍ਹਾਂ ਦਾ ਮਨ ਮੰਨਦਾ ਵੀ ਪਿਆ, ਜਿਨ੍ਹਾਂ ਦਾ ਮਨ ਸੁਣਦਾ ਵੀ ਪਿਆ, ਜਿਨ੍ਹਾਂ ਦਾ ਮਨ ਕਮਾਈ ਵੀ ਕਰਦਾ, ਐਸੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਸ਼ੁਭ ਗੁਣਾਂ ਨੂੰ ਪਾਇਆ ਹੈ। ਸ਼ੁਭ ਗੁਣ ਉਹਨਾਂ ਨੂੰ ਪ੍ਰਾਪਤ ਹੋ ਗਏ। ਸਤ, ਸੰਤੋਖ, ਦਇਆ, ਧਰਮ, ਇਹ ਸ਼ੁਭ ਗੁਣ ਨੇ।
ਤੇ ਕਿਵੇਂ ਪ੍ਰਾਪਤ ਹੁੰਦੇ? ਸੁਣਿਆ ਸਤ ਸੰਤੋਖ ਗਿਆਨ। ਜਦੋਂ ਨਾਮ ਨੂੰ ਸੁਣਾਂਗੇ ਨਾ, ਬਾਣੀ ਨੂੰ ਪੜਾਂਗੇ, ਜਪਜੀ ਸਾਹਿਬ ਦਾ ਪਾਠ ਕਰਾਂਗੇ ਔਰ ਕਰਕੇ ਸੁਣਾਂਗੇ, ਉਦੋਂ ਸਤ ਵੀ ਆ ਜਾਣਾ, ਸੰਤੋਖ ਵੀ ਆ ਜਾਣਾ ਹੈ। ਇਹ ਸਾਰੇ ਗੁਣ ਗੁਰਬਾਣੀ ਵਿੱਚੋਂ ਪ੍ਰਾਪਤ ਹੋ ਜਾਂਦੇ ਜਿਹੜੇ ਗੁਰਬਾਣੀ ਨੂੰ ਪੜ੍ਹਦੇ। ਮਹਾਰਾਜ ਕਹਿਣ ਲੱਗੇ ਮਾਨਕ ਪਾਇਓ ਰੇ। ਇਹ ਭਾਈ, ਜਿਹੜਾ ਮਾਨਕ ਪ੍ਰਮਾਤਮਾ ਹੈ, ਉਹਦਾ ਨਾਮ ਸਰਵਣ ਕੀਤਾ ਹੈ, ਉਹਦੇ ਨਾਮ ਦਾ ਮੰਨਣਾ ਵੀ ਕੀਤਾ ਹੈ, ਉਹਦੇ ਨਾਮ ਦੀ ਕਮਾਈ ਕੀਤੀ ਹੈ। ਇਸ ਕਰਕੇ ਸਾਨੂੰ ਸ਼ੁਭ ਗੁਣ ਪ੍ਰਾਪਤ ਹੋ ਗਏ। ਤੇ ਉਹਨਾਂ ਸ਼ੁਭ ਗੁਣਾਂ ਦੇ ਹਿਰਦੇ ਦੀ ਥਾਂ ਤੇ ਆ ਕੇ ਪਾਇਓ ਰੇ। ਫਿਰ ਹਰੀ ਪ੍ਰਮਾਤਮਾ ਨੂੰ ਅਸੀਂ ਪਾਇਆ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਜਿਨ੍ਹਾਂ ਦੇ ਅੰਦਰ ਇਹ ਸ਼ੁਭ ਗੁਣ ਪ੍ਰਾਪਤ ਹੋ ਗਏ, ਉਹਨਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਹੈ। ਤੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਇਆ ਹੈ, ਹਰ ਪੂਰਾ ਪਾਇਆ ਥਾ, ਉਹਨਾਂ ਪੂਰਿਆਂ ਦੁਆਰਾ ਅਸੀਂ ਵੀ ਉਸ ਪੂਰੇ ਨੂੰ ਪਾ ਲਿਆ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਸ ਨੇ ਸਤਿਪੁਰਸ਼ ਨੂੰ ਜਾਣ ਲਿਆ, ਉਹਦਾ ਨਾਮ ਗੁਰੂ ਹੈ। ਤੇ ਪਾਤਸ਼ਾਹ ਕਹਿਣ ਲੱਗੇ ਐਸੇ ਗੁਰੂ ਦੇ ਦੁਆਰਾ ਪ੍ਰਮਾਤਮਾ ਨੂੰ ਪਾਇਆ ਜਾਂਦਾ ਹੈ। ਸੋ ਬਚਨ ਆਪਾਂ ਦੁਬਾਰਾ ਫਿਰ ਸਰਵਨ ਕਰ ਲਈਏ। ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਮਾਨਕ ਤੋਂ ਭਾਵ ਹੈ ਸਰਵਣ ਮੰਨਣ ਤੇ ਅੰਧਿਆਸਨ। ਇਹ ਸ਼ੁਭ ਗੁਣ ਜਿਨ੍ਹਾਂ ਨੂੰ ਪ੍ਰਾਪਤ ਹੋਏ, ਉਹਨਾਂ ਗੁਰਮੁਖਾਂ ਨੇ ਪਾਇਓ ਰੇ ਪ੍ਰਮਾਤਮਾ ਨੂੰ ਪਾਇਆ ਹੈ। ਜਦੋਂ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਅਸੀਂ ਚਲੇ ਗਏ, ਜਾ ਕੇ ਬੇਨਤੀ ਕੀਤੀ ਹੈ, ਕੋਈ ਜਨ ਹਰਸਿਉ ਦੇਵੈ ਜੋਰ। ਜਦੋਂ ਇਹ ਤਰਲਾ ਕੀਤਾ ਤੇ ਉਹਨਾਂ ਗੁਰਮੁਖਾਂ ਨੇ ਫਿਰ ਸਾਡੇ ਤੇ ਵੀ ਕਿਰਪਾ ਕਰ ਦਿੱਤੀ। ਇਸ ਕਰਕੇ ਅਸੀਂ ਵੀ ਉਸ ਪਰਮਾਤਮਾ ਨੂੰ ਪਾਲਿਆ ਹੈ। ਮੋਲ ਅਮੋਲ ਨਾ ਪਾਇਆ ਜਾਈ। ਉਹ ਪਰਮਾਤਮਾ ਮੁੱਲ ਤੋਂ ਅਮੁੱਲ ਹੈ, ਉਹਦਾ ਮੁੱਲ ਕੋਈ ਨਹੀਂ ਹੈ। ਦੁਨੀਆ ਦਾ ਕੋਈ ਵਿਅਕਤੀ ਪਰਮਾਤਮਾ ਦਾ ਰੇਟ ਨਹੀਂ ਲਾ ਸਕਦਾ, ਉਹਦੀ ਕੀਮਤ ਨਹੀਂ ਲਾ ਸਕਦਾ ਹੈ, ਕਿਉਂਕਿ ਮੁੱਲ ਤੋਂ ਰਹਿਤ ਹੈ। ਹਰ ਆਪ ਅਮੁੱਲਕ ਹੈ। ਰੱਬ ਮੁੱਲ ਤੋਂ ਰਹਿਤ ਹੈ। ਜਿਹਦਾ ਮੁੱਲ ਹੀ ਨਾ ਹੋਵੇ, ਉਹਦਾ ਮੁੱਲ ਪਾ ਕੀ ਲਵੋਗੇ? ਮੁੱਲ ਉਹਦਾ ਪਾਇਆ ਜਾਂਦਾ ਜਿਹਦਾ ਮੁੱਲ ਲਾਇਆ ਜਾਵੇ। ਤੇ ਉਹਦਾ ਮੁੱਲ ਜਿਹਦਾ ਲੱਗ ਜਾਂਦਾ, ਫਿਰ ਉਹਦਾ ਮੁੱਲ ਵੀ ਪਾਇਆ ਜਾਂਦਾ। ਜਿਵੇਂ ਵਜ਼ੀਰ ਖਾਨ ਇਹ ਗੱਲ ਕਹਿੰਦਾ ਹੈ, ਧਰਤੀ ਸੋਨੇ ਦੇ ਸਿੱਕਿਆਂ ਦੇ ਨਾਲ ਦੇਵਾਂਗਾ, ਮੋਹਰਾਂ ਵਿਛਾ ਦਿਓ। ਵਿਛਾ ਦਿੱਤੀਆਂ, ਕਹਿਣ ਲੱਗਾ ਨਹੀਂ, ਖੜੀਆਂ ਕਰ ਦਿਓ। ਭਾਵੇਂ ਕਿ ਮੁੱਲ ਬੜਾ ਮਹਿੰਗਾ ਹੈ, ਪਰ ਪਾ ਤੇ ਲਿਆ ਨਾ ਹੈ। ਮੁੱਲ ਪਾਉਣ ਵਾਲੀ ਚੀਜ਼ ਦਾ ਮੁੱਲ ਪਾਇਆ ਗਿਆ। ਪਰਮਾਤਮਾ ਦਾ ਮੁੱਲ ਨਾ ਕੋਈ ਕਹਿ ਸਕਦਾ, ਨਾ ਕੋਈ ਪਾ ਸਕਦਾ ਹੈ। ਮੋਲ ਅਮੋਲ ਨਾ ਪਾਇਆ ਜਾਈ। ਪਰਮਾਤਮਾ ਮੁੱਲ ਤੋਂ ਅਮੁੱਲ ਹੈ, ਆਪਣੇ ਆਪ ਕਿਸੇ ਤੋਂ ਨਹੀਂ ਪਾਇਆ ਜਾਂਦਾ ਹੈ। ਘਰ ਕਿਰਪਾ ਗੁਰੂ ਦਿਵਾਇਆ ਥਾ। ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰਦੇ, ਉਹਨਾਂ ਨੂੰ ਫਿਰ ਗੁਰੂ ਦਵਾ ਦਿੰਦਾ ਵਿੱਚ ਵਿਚੋਲਾ ਬਣ ਕੇ। ਗੁਰੂ ਦਾ ਕੰਮ ਹੈ ਵਿਚੋਲਗੀ ਕਰਨੀ। ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਜਦੋਂ ਕੋਈ ਸਾਧੂ ਵਿੱਚ ਵਿਚੋਲਗੀ ਕਰਦਾ, ਫਿਰ ਨਾਮ ਜਪਾ ਕੇ ਪ੍ਰਾਪਤ ਕਰਵਾ ਦਿੰਦਾ ਹੈ। ਰਹਾਉ ਅਦਿਸ਼ਟ ਅਗੋਚਰ ਪਾਰ ਬ੍ਰਹਮ, ਮਿਲ ਸਾਧੂ ਅਕਥ ਕਥਾਇਆ ਥਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਵੇਲੇ ਸਾਧੂਆਂ ਦੇ ਨਾਲ ਮਿਲ ਕੇ ਅਕਥ ਪਰਮਾਤਮਾ ਦੇ ਨਾਮ ਨੂੰ ਕਥਿਆ ਤੇ ਹੋਰਾਂ ਕੋਲੋਂ ਕਥਨ ਕਰਵਾਇਆ, ਆਪ ਵੀ ਕਥਿਆ, ਦੂਜਿਆਂ ਦੇ ਕੋਲੋਂ ਆਪ ਜਪੈ ਅਵਰੈ ਨਾਮ ਜਪਾਵੇ। ਆਪ ਜਪੈ ਅਵਰੈ ਨਾਮ ਜਪਾਵੇ। ਆਪ ਵੀ ਜਪਿਆ, ਦੂਜਿਆਂ ਨੂੰ ਵੀ ਜਿਸ ਨੇ ਨਾਮ ਜਪਾਇਆ ਹੈ। ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਨੇ, ਉਹ ਨੇ ਸਾਧੂ। ਕਹਿਣ ਲੱਗੇ ਉਹਨਾਂ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਜੋ ਅਗਮਾ ਅਗੋਚਰ ਪ੍ਰਮਾਤਮਾ ਹੈ, ਅਗੋਚਰ ਦਿਸਦਾ ਨਹੀਂ, ਜਿਹੜਾ ਪਾਰ ਬ੍ਰਹਮ ਜੀ ਦਾ ਕੋਈ ਪਾਰਾਵਾਰ ਨਹੀਂ, ਜਿਹੜਾ ਸਦਾ ਹੀ ਅਦ੍ਰਿਸ਼ਟ ਰਹਿੰਦਾ ਹੈ, ਹੁੰਦਿਆਂ ਹੋਇਆਂ ਵੀ ਦਿਖਾਈ ਨਹੀਂ ਦਿੰਦਾ। ਮਹਾਰਾਜ ਕਹਿਣ ਲੱਗੇ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਐਸੇ ਪਰਮਾਤਮਾ ਨੂੰ ਕਥਨ ਕਰਕੇ ਪ੍ਰਾਪਤ ਕਰ ਲਿਆ ਹੈ। ਅਨਹਦ ਸ਼ਬਦ ਦਸਮ ਦੁਆਰ ਵੱਜਿਓ। ਗੁਰਮੁਖੋ ਦਸਮ ਦੁਆਰ ਦੇ ਵਿੱਚ ਅਨਹਦ ਸ਼ਬਦ ਜਿਹੜੇ ਨੇ ਉਹ ਵੱਜਣ ਲੱਗ ਪੈਂਦਾ। ਅਨਹਦ ਸ਼ਬਦ ਕੀ ਹੈ? ਜਿਵੇਂ ਘੜਿਆਲ ਵੱਜਦਾ ਹੈ, ਜਿਵੇਂ ਸਤਾਰ ਵੱਜਦੀ ਹੈ, ਜਿਵੇਂ ਸ਼ੰਖ ਵੱਜਦਾ ਹੈ, ਜਿਸ ਤਰ੍ਹਾਂ ਹਵਾ ਦੇ ਨਾਲ ਵੱਜਣ ਵਾਲਾ ਵਾਜਾ ਵੱਜਦਾ ਹੈ। ਸੋ ਇਹ ਜਿਹੜੇ ਸਾਰੇ ਵਾਜੇ ਨੇ ਦਸਮ ਦੁਆਰ ਦੇ ਵਿੱਚ ਉਹਨਾਂ ਗੁਰਮੁਖਾਂ ਨੂੰ ਸੁਣਾਈ ਦਿੰਦੇ ਹਨ। ਤਹਿ ਅੰਮ੍ਰਿਤ ਨਾਮ ਚੁਆਇਆ ਥਾ। ਕੋਈ ਓੰਗ ਦੀ ਧੁਨੀ ਸੁਣਦਾ ਪਿਆ, ਕੋਈ ਸੋਹੰਗ ਦੀ ਧੁਨੀ ਸੁਣਦਾ ਪਿਆ ਦਸਵੇਂ ਦੁਆਰ ਦੇ ਅੰਦਰ।
ਉੱਥੇ ਜੋਗਾਨੰਦ ਰੂਪੀ ਜਿਹੜਾ ਅੰਮ੍ਰਿਤ ਰਸ ਹੈ ਉਹਨਾਂ ਨੂੰ ਪ੍ਰਾਪਤ ਹੋਣ ਲੱਗ ਪੈਂਦਾ ਹੈ। ਉਹ ਦਸਮ ਦਵਾਰ ਦੇ ਵਿੱਚ ਐਸਾ ਜੋਗਾਨੰਦ ਦੀ ਉਹ ਪ੍ਰਾਪਤੀ ਕਰਦੇ। ਐਸੇ ਗੁਰਮੁਖਾਨ ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਅਨਹਦ ਸ਼ਬਦ ਦਸਮ ਦਵਾਰ ਵੱਜਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਤਹਿਕਰਨ ਦੇ ਵਿੱਚ ਜਿਨ੍ਹਾਂ ਗੁਰਮੁਖਾਂ ਨੂੰ ਪ੍ਰਾਪਤੀ ਹੋਈ ਹੈ ਤੈ ਅੰਮ੍ਰਿਤ ਨਾਮ ਚੋ ਆਇਆ ਥਾ। ਉਹਨਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ। ਅੰਮ੍ਰਿਤ ਨਾਮ ਦੇ ਵਿੱਚੋਂ ਐਸਾ ਰਸ ਆਇਆ ਵੀ ਅੰਤਹਿਕਰਨ ਦੇ ਵਿੱਚ ਅਨਹਦ ਹੱਦ ਤੋਂ ਰਹਿ ਜੋ ਬ੍ਰਹਮ ਹੈ ਉਹ ਵਜਿਆ ਕਹੀਏ ਪ੍ਰਗਟ ਹੋ ਗਿਆ ਹੈ। ਟੋਟ ਨਹੀਂ ਮਨ ਤ੍ਰਿਸ਼ਨਾ ਬੂਜੀ। ਗੁਰਮੁਖੋ ਉਸ ਵੇਲੇ ਪਦਾਰਥਾਂ ਦੀ ਟੋਟ ਨਹੀਂ ਰਹਿ ਜਾਂਦੀ, ਮਨ ਵਿੱਚੋਂ ਤ੍ਰਿਸ਼ਨਾ ਹੀ ਬੁੱਝ ਜਾਂਦੀ ਹੈ। ਸੰਸਾਰ ਦਾ ਲੋਕ, ਸੰਸਾਰ ਦਾ ਵਿਅਕਤੀ 5 ਕਮਾਉਂਦਾ 50 ਦੀ ਇੱਛਾ ਰੱਖਦਾ, 50 ਕਮਾਉਂਦਾ 500 ਦੀ ਇੱਛਾ ਰੱਖਦਾ। ਇਹ ਇਕੱਲੀ ਪ੍ਰਜਾ ਦੀ ਗੱਲ ਨਹੀਂ ਹੈ, ਰਾਜਿਆਂ ਦੀ ਵੀ ਐਸੀ ਹਾਲਤ ਹੈ। ਰਾਜਾ ਇੱਕ ਵਾਰੀ ਟੈਕਸ ਲਾਉਂਦਾ, ਮੂੰਹ ਨੂੰ ਖੂਨ ਲੱਗ ਗਿਆ, ਹੁਣ ਟੈਕਸ ਹੋਰ ਵਧਾ ਦਿੱਤਾ ਜਾਵੇ, ਵੱਧ ਗਿਆ ਹੈ, ਰੱਜ ਫਿਰ ਨਹੀਂ ਆਇਆ, ਦੂਜੇ ਰਾਜੇ ਨੂੰ ਵੀ ਆਪਣੇ ਵਿੱਚ ਹੀ ਮਿਲਾ ਲਓ। ਇਹ ਤ੍ਰਿਸ਼ਨਾ ਰਾਜਿਆਂ ਦੀ ਵੀ ਨਹੀਂ ਬੁਝੀ ਹੈ, ਪ੍ਰਜਾ ਦੀ ਬੁਝਣੀ ਤੇ ਦੂਰ ਦੀ ਗੱਲ ਹੈ। ਮਹਾਰਾਜ ਕਹਿਣ ਲੱਗੇ ਟੋਟ ਨਾਹੀ ਮਨ ਤ੍ਰਿਸ਼ਨਾ ਬੁਝੀ। ਜਿਹੜੇ ਗੁਰਮੁਖ ਨੇ ਉਹਨਾਂ ਦੀ ਤ੍ਰਿਸ਼ਨਾ ਬੁਝ ਗਈ ਹੈ। ਜਿਨ੍ਹਾਂ ਦੀ ਤ੍ਰਿਸ਼ਨਾ ਬੁਝੀ ਹੈ ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਟੋਟ ਨਹੀਂ ਹੈ, ਐਸੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਅਖੁੱਟ ਭੰਡਾਰ ਸਮਾਇਆ ਥਾ। ਜਿਸ ਵੇਲੇ ਪਦਾਰਥਾਂ ਦੀ ਤ੍ਰਿਸ਼ਨਾ ਬੁਝ ਗਈ, ਅਖੁੱਟ ਭੰਡਾਰ ਜੋ ਹੈ, ਉਹ ਅਖੁੱਟ ਭੰਡਾਰ ਕੀ ਹੈ? ਪ੍ਰਮਾਤਮਾ, ਜਿਹਦੇ ਭੰਡਾਰੇ ਕਦੇ ਮੁੱਕਦੇ ਨਹੀਂ। ਉਹ ਪ੍ਰਮਾਤਮਾ ਜਦੋਂ ਹਿਰਦੇ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਫਿਰ ਟੋਟ ਨਹੀਂ, ਕਿਸੇ ਚੀਜ਼ ਦਾ ਕੋਈ ਘਾਟਾ ਰਹਿ ਹੀ ਨਹੀਂ ਗਿਆ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਉਹ ਬਾਦਸ਼ਾਹਾਂ ਦਾ ਬਾਦਸ਼ਾਹ, ਉਹਨੂੰ ਟੋਟ ਨਹੀਂ ਰਹਿ ਗਈ, ਘਾਟਾ ਨਹੀਂ ਰਹਿ ਗਿਆ ਹੈ, ਜਿਹਦੇ ਹਿਰਦੇ ਵਿੱਚ ਆ ਕੇ ਤੂੰ ਸਮਾ ਜਾਂਦਾ ਹੈ। ਚਰਨ 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 ਗੁਰ ਸੇਵਾ। ਜਿਨ੍ਹਾਂ ਨੇ ਮਨ ਕਰਕੇ ਗੁਰਾਂ ਦੇ ਚਰਨ ਸੇਵੇ ਨੇ, ਮਨ ਕਰਕੇ, ਮਨ ਦੇ ਧਿਆਨ ਦੇ ਨਾਲ ਗੁਰੂ ਦੇ ਚਰਨ ਸੇਵੇ। ਆਪਾਂ ਸਤਿਗੁਰਾਂ ਦੀ ਸਾਖੀ ਸਰਵਣ ਕਰਦੇ ਨਾ, ਇੱਕ ਸਿੰਘ ਆਪਣੇ ਮਨ ਦਾ ਧਿਆਨ ਦੇ ਨਾਲ ਗੁਰੂ ਪਾਤਸ਼ਾਹ ਦੇ ਚਰਨ ਫੜ ਕੇ ਬੈਠ ਗਿਆ। ਦੀਵਾਨ ਦੀ ਸਮਾਪਤੀ ਹੋਈ, ਸਿੱਖਾਂ ਨੇ ਆਖਿਆ ਮਹਾਰਾਜ ਲੰਗਰ ਭੋਜਨ ਦਾ ਟਾਈਮ ਹੋ ਗਿਆ, ਸੰਗਤ ਛਕਣ ਲੱਗੀ, ਆਪ ਵੀ ਆਓ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਲੰਗਰ ਪ੍ਰਸ਼ਾਦਾ ਸੰਗਤ ਨੂੰ ਵਰਤਾਓ, ਅਸੀਂ ਛਕ ਲਾਂਗੇ ਬਾਅਦ। ਥੋੜਾ ਸਮਾਂ ਫਿਰ ਬਤੀਤ ਹੋਇਆ, ਸਿੱਖਾਂ ਨੇ ਫਿਰ ਬੇਨਤੀ ਕੀਤੀ ਹੈ ਮਹਾਰਾਜ ਆਓ, ਭੋਜਨ ਪ੍ਰਸ਼ਾਦੇ ਦਾ ਸਮਾਂ ਹੋ ਗਿਆ, ਆਪ ਛਕੋ। ਸਤਿਗੁਰੂ ਫਿਰ ਸਮਾਂ ਕਹਿਣ ਲੱਗੇ ਕੋਈ ਨਹੀਂ, ਬੈਠੇ ਰਹਿੰਦੇ ਅਜੇ, ਸੰਗਤਾਂ ਨੂੰ ਛਕਾ ਦੇ। ਜਦੋਂ ਤੀਜੀ ਵਾਰੀ ਬਚਨ ਆਖਿਆ ਨਾ, ਫਿਰ ਜਾ ਕੇ ਵੀ ਮਹਾਰਾਜ ਆਓ ਭੋਜਨ ਗ੍ਰਹਿਣ ਕਰੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਤਾਂ ਨਹੀਂ ਉੱਠਦੇ ਪਏ, ਕੋਈ ਸਾਡਾ ਸਿੱਖ ਮਨ ਕਰਕੇ ਸਾਡੇ ਚਰਨ ਫੜ ਕੇ ਬੈਠਾ। ਬੋਲੇ ਸੋ ਨਿਹਾਲ। ਜੇ ਅਸੀਂ ਚਰਨ ਹਿਲਾਵਾਂਗੇ ਸਾਡੇ ਸਿੱਖ ਦਾ ਮਨ ਦਾ ਧਿਆਨ ਟੁੱਟ ਜਾਏਗਾ। ਇਸ ਕਰਕੇ ਜਿੰਨਾ ਚਿਰ ਉਹ ਚਰਨ ਛੱਡਦਾ ਨਹੀਂ, ਅਸੀਂ ਇੱਥੇ ਬੈਠੇ ਹਾਂ, ਆਪਣੇ ਚਰਨਾਂ ਨੂੰ ਵੀ ਨਹੀਂ ਹਿਲਾਉਂਦੇ ਪਏ। ਇਸ ਤਰ੍ਹਾਂ ਦੇ ਨੇ ਮਹਾਰਾਜ ਦੇ ਗੁਰਮੁਖ ਸਿੱਖ ਜਿਹੜੇ ਮਨ ਕਰਕੇ ਚਰਨਾਂ ਨੂੰ ਧਿਆਉਂਦੇ ਨੇ। ਇਸੇ ਤਰ੍ਹਾਂ ਜਿਹੜੇ ਬਾਣੀ ਕਰਕੇ ਚਰਨਾਂ ਨੂੰ ਧਿਆਉਂਦੇ ਪਏ, ਬਾਣੀ ਪੜ੍ਹਦੇ ਨਾ ਆਪਾਂ, ਨਾਮ ਜਪਦੇ, ਜਪਜੀ ਸਾਹਿਬ ਦਾ, ਇਹ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਧਿਆਉਂਦੇ ਪਏ, ਆਪਾਂ ਪਰਮਾਤਮਾ ਦੇ ਚਰਨਾਂ ਨੂੰ ਧਿਆਉਂਦੇ ਪਏ। ਚਰਨ 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 ਗੁਰ ਸੇਵੇ। ਸੋ ਜਿਨ੍ਹਾਂ ਨੇ ਮਨ ਕਰਕੇ ਗੁਰਾਂ ਦੇ ਚਰਨਾਂ ਨੂੰ, ਬਾਣੀ ਕਰਕੇ, ਅਤੇ ਜਿਨ੍ਹਾਂ ਨੇ ਪ੍ਰਤੱਖ ਸਰੀਰ ਕਰਕੇ ਵੀ ਸੇਵਿਆ ਹੈ। ਪ੍ਰਤੱਖ ਵੀ ਤੇ ਐਸੇ ਸਿੱਖ ਹੋਏ ਨਾ ਮਹਾਰਾਜ ਸਾਹਿਬ ਜੀਆਂ ਦੇ, ਜਿਹੜੇ ਚਰਨਾਂ ਦੀ ਸੇਵਾ ਮੁੱਠੀ ਚਾਪੀ ਕਰਦੇ ਰਹਿੰਦੇ। ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਸੇਵਿਆ ਹੈ। ਘੜ ਘੜਿਓ ਰਸ ਪਾਇਆ ਥਾ। ਤੇ ਉਹਨਾਂ ਗੁਰਮੁਖਾਂ ਨੇ ਫਿਰ ਕੀ ਕੀਤਾ ਹੈ ਕਿ ਇਸ ਤਰ੍ਹਾਂ ਦੇ ਚਰਨਾਂ ਦੀ ਸੇਵਾ ਕਰਕੇ ਉਹ ਗੁਰਮੁਖ ਆਪ ਵੀ ਪਵਿੱਤਰ ਹੋ ਗਏ। ਤੇ ਅਘੜ, ਇਹ ਜਿਹੜਾ ਮਨ ਕਿਸੇ ਕੋਲੋਂ ਘੜਿਆ ਨਹੀਂ ਜਾਂਦਾ, ਕਿਸੇ ਕੋਲੋਂ ਸੋਧਿਆ ਨਹੀਂ ਜਾਂਦਾ, ਇਸ ਅਘੜ ਮਨ ਨੂੰ ਵੀ ਉਹਨਾਂ ਗੁਰਮੁਖਾਂ ਨੇ ਘੜ ਲਿਆ ਹੈ। ਜਿਹੜਾ ਮਨ ਕਿਸੇ ਕੋਲੋਂ ਸਿੱਧਾ ਨਹੀਂ ਨਾ ਹੁੰਦਾ, ਇਸ ਮਨ ਨੂੰ ਵੀ ਉਹਨਾਂ ਨੇ ਸਿੱਧਾ ਕਰ ਲਿਆ ਹੈ। ਐਸੇ ਉਹ ਗੁਰਮੁਖ ਬਣ ਜਾਂਦੇ ਹਨ। ਘੜ ਘੜਿਓ ਰਸ ਪਾਇਆ ਥਾ। ਤੇ ਫਿਰ ਉਹਨਾਂ ਗੁਰਮੁਖਾਂ ਨੇ ਆਤਮ ਰਸ ਨੂੰ ਪ੍ਰਾਪਤ ਕਰ ਲਿਆ ਹੈ। ਆਤਮ ਰਸ ਕੀ ਹੈ? ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ,
ਰਸ ਔਰ ਨਾਮ ਦੇ ਰਸ ਨੂੰ ਇਸ ਤਰ੍ਹਾਂ ਗੁਰਮੁਖ ਛਕ ਲੈਂਦੇ ਹਨ। ਸਹਿਜੇ ਆਵਾ ਸਹਿਜੇ ਜਾਵਾ। ਉਹ ਜਿਹੜੇ ਗੁਰਮੁਖ ਨੇ ਉਹਨਾਂ ਦੀ ਕਿਰਿਆ ਫਿਰ ਸਹਿਜੇ ਆਵਾ, ਸੁਭਾਵ ਕੀ ਆਉਣਾ ਹੁੰਦਾ ਦੁਨੀਆ ਵਿੱਚ। ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਨਾ, ਮਹਾਰਾਜ ਜਨਮ ਧਾਰ ਕੇ ਆਏ ਕਾਰਨ ਕੀ ਹੈ? ਪਾਤਸ਼ਾਹ ਕਹਿਣ ਲੱਗੇ, ਪੇਖਣੇ ਆਇਓ ਜਗਤ ਤਮਾਸਾ। ਸਹਿਜੇ ਆਵਾ, ਉਹ ਗੁਰਮੁਖ ਸਾਡੇ ਵਾਂਗੂ ਨਹੀਂ ਆਉਂਦੇ। ਆਪਾਂ ਆਏ ਆ ਨਾ, ਅਸੀਂ ਆਏ ਆ ਜਨਮਾਂ ਦੇ ਕਰਮ ਭੋਗਣ ਵਾਸਤੇ। ਸਾਡਾ ਕੋਈ ਕਰਮ ਹੈ, ਕਿਸੇ ਕੋਲੋਂ ਕੁਝ ਲੈ ਲਿਆ, ਕਿਸੇ ਨੂੰ ਕੁਝ ਦੇ ਦਿੱਤਾ, ਕਿਸੇ ਨੂੰ ਦੁੱਖ ਦਿੱਤਾ ਸੀ, ਕਿਸੇ ਨੂੰ ਸੁੱਖ ਦਿੱਤਾ ਸੀ, ਉਹ ਅਸੀਂ ਭੋਗਣ ਵਾਸਤੇ ਜਨਮ ਵਿੱਚ ਆਏ ਆ। ਅਸੀਂ ਕਰਮਾਂ ਦੇ ਭੇਜੇ ਆਏ ਆ। ਜਿਹੜੇ ਗੁਰਮੁਖ ਨੇ ਉਹ ਕਰਮਾਂ ਦੇ ਨਹੀਂ, ਜਨ ਪਰਉਪਕਾਰੀ ਆਏ। ਉਹ ਦੁਨੀਆ ਤੇ ਆਏ ਪਰਉਪਕਾਰ ਕਰਨ ਵਾਸਤੇ। ਸਾਡੇ ਵਾਂਗ ਨਹੀਂ ਆਏ ਕਿ ਦੁੱਖਾਂ ਨੂੰ ਕਰਮਾਂ ਨੂੰ ਭੋਗਣ। ਉਹ ਆਏ ਪਰ ਉਹਨਾਂ ਦੀ ਇੱਛਾ, ਇੱਕ ਜਨਮ ਦੇ ਵਿੱਚ ਸੇਵਾ ਕੀਤੀ ਨਾ, ਸੇਵਾ ਕਰਦਿਆਂ ਕਰਦਿਆਂ ਮਨ ਨਹੀਂ ਰੱਜਿਆ, ਅਜੇ ਹੋਰ ਸੇਵਾ ਕਰੀਏ। ਪਰਮਾਤਮਾ ਨੇ ਮਨ ਦੀ ਇੱਛਾ ਵੇਖ ਕੇ ਅੱਗੇ ਇੱਕ ਹੋਰ ਜਨਮ ਦੇ ਦਿੱਤਾ ਵੀ ਜਾ ਭਾਈ ਸੇਵਾ ਕਰ। ਉਹ ਦੂਜੇ ਜਨਮ ਦੇ ਵਿੱਚ ਆ ਕੇ ਫਿਰ ਸੇਵਾ ਕਰਦੇ ਪਏ, ਫਿਰ ਸੇਵਾ ਕਰਦੇ ਪਏ। ਇਸ ਤਰ੍ਹਾਂ ਉਹ ਦੁਨੀਆ ਦੀ ਸੇਵਾ ਕਰਨ ਵਾਸਤੇ, ਦੁਨੀਆ ਦੇ ਲੋਕਾਂ ਤੇ ਪਰਉਪਕਾਰ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ। ਆ ਕੇ ਕਹਿੰਦੇ, ਜਦੋਂ ਆਪਾਂ ਕਿਸੇ ਪੂਰਨ ਸੰਤ ਕੋਲ ਜਾਈਦਾ, ਉਹ ਬਚਨ ਕਰਦਾ, ਭਾਈ ਅੰਮ੍ਰਿਤ ਵੇਲੇ ਉੱਠਿਆ ਕਰ, ਭਾਈ ਬਾਣੀ ਪੜ੍ਹਿਆ ਕਰ, ਨਾਮ ਜਪਿਆ ਕਰ। ਤੇ ਜਦੋਂ ਆਪਾਂ ਜਾ ਕੇ ਕੋਈ ਦੁੱਖ ਦੱਸਦੇ ਹਾਂ ਵੀ ਮੈਨੂੰ ਇਹ ਦੁੱਖ ਹੈ ਜੀ, ਮੇਰਾ ਇਹ ਕਸ਼ਟ ਹੈ, ਉਹ ਫਿਰ ਕੀ ਬਚਨ ਕਰਦੇ? ਕਹਿੰਦੇ ਰੋਜ਼ ਅਰਦਾਸ ਕਰਿਆ ਕਰੋ, ਰੋਜ਼ ਬਾਣੀ ਪੜ੍ਹਿਆ ਕਰੋ। ਜੀ ਦਾਨ ਦੇ, ਉਹ ਜੀਵ ਨੂੰ ਦਾਨ ਦਿੰਦੇ। ਕਾਹਦਾ? ਭਗਤੀ ਦਾ ਦਾਨ ਦਿੰਦੇ ਵੀ ਭਗਤੀ ਕਰ ਭਾਈ ਗੁਰਮੁਖਾ, ਨਾਮ ਜਪਿਆ ਕਰ। ਕਿਉਂਕਿ ਕਾਹਦੇ ਵਾਸਤੇ ਆਏ? ਪਰਉਪਕਾਰ ਵਾਸਤੇ। ਜਨ ਪਰਉਪਕਾਰੀ ਆਏ, ਜਨਮ ਭੋਗਣ ਨਹੀਂ ਆਏ। ਮਹਾਰਾਜ ਦਸਵੇਂ ਪਾਤਸ਼ਾਹ ਆਖਣ ਲੱਗੇ, ਕਹਿਣ ਲੱਗੇ, ਪੇਖਣੇ ਆਇਓ, ਅਸੀਂ ਤਮਾਸ਼ਾ ਵੇਖਣ ਵਾਸਤੇ, ਦੁਨੀਆ ਦੇ ਕੌਤਕਾਂ ਨੂੰ ਵੇਖਣ ਵਾਸਤੇ ਆ। ਸਹਿਜੇ ਆਵਾ, ਸੁਭਾਵਿਕ ਹੀ ਦੁਨੀਆ ਤੇ ਆਉਂਦੇ, ਸਾਡੇ ਵਾਂਗ ਜਨਮ ਭੋਗਣ ਵਾਸਤੇ ਨਹੀਂ। ਤੇ ਸਹਿਜੇ ਜਾਵਾ, ਸੁਭਾਵਿਕ ਹੀ ਦੁਨੀਆ ਤੋਂ ਜਾਂਦੇ ਹਨ। ਸਹਿਜੇ ਮਨ ਖਿਲਾਇਆ ਥਾ। ਤੇ ਸਹਿਜੇ ਹੀ ਉਹਨਾਂ ਦਾ ਮਨ ਸਾਰੀਆਂ ਖੇਡਾਂ ਖੇਡਦਾ। ਮਹਾਰਾਜ ਦਸਵੇਂ ਪਾਤਸ਼ਾਹ ਕਈ ਵਾਰੀ ਬਚਨ ਕਰਦੇ ਨਾ ਸਿੰਘਾਂ ਦੇ ਅੱਗੇ, ਕਹਿੰਦੇ ਸਿੰਘੋ ਭਾਈ ਇਹ ਤੇ ਅਸੀਂ ਖੇਡ ਖੇਡਦੇ ਪਏ ਹਾਂ, ਇਹ ਤੇ ਅਸੀਂ ਵੇਖਦੇ ਪਏ ਹਾਂ ਰੱਬ ਦੇ ਕੌਤਕ। ਨਿੱਕੇ ਨਿੱਕੇ ਕੌਤਕ ਕਰਕੇ ਮਹਾਰਾਜ ਸਿੱਖਾਂ ਨੂੰ ਵਿਖਾਇਆ ਕਰਦੇ, ਫਿਰ ਬਖਸ਼ਿਸ਼ ਕਰਦੇ ਹਨ। ਸਹਿਜੇ ਆਵਾ ਸਹਿਜੇ ਜਾਵਾ। ਗੁਰਮੁਖੋ ਸਹਿਜੇ ਨਾਮ ਗਿਆਨ ਦਾ ਹੈ। ਜਿਹੜੇ ਨਾਮ ਜਪਦੇ ਨੇ ਉਹਨਾਂ ਗੁਰਮੁਖਾਂ ਨੂੰ ਸਹਿਜੇ ਕਹੀਏ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਉਹ ਗਿਆਨ ਵਿੱਚ ਆ ਜਾਂਦੇ, ਗਿਆਨ ਵਿੱਚ ਆਉਂਦਾ ਹੈ ਗੁਰਮੁਖ। ਸਹਿਜੇ ਜਾਵਾ ਅਤੇ ਗਿਆਨ ਵਿੱਚ ਹੀ ਜਾਂਦਾ ਹੈ। ਗੁਰਮੁਖ ਨਾਮ ਜਪਣ ਵਾਲੇ ਦੁਨੀਆ ਵਿੱਚ ਗਿਆਨ ਦੇ ਸਹਿਤ ਹੀ ਆਏ ਤੇ ਗਿਆਨ ਦੇ ਸਹਿਤ ਹੀ ਇੱਥੋਂ ਚਲੇ ਜਾਂਦੇ ਹਨ। ਸਹਿਜੇ ਮਨ ਖਿਲਾਇਆ ਥਾ। ਤੇ ਉਹਨਾਂ ਦਾ ਗਿਆਨ ਦੇ ਵਿੱਚ ਹੀ ਹਰ ਵੇਲੇ ਮਨ ਖੇਡਦਾ ਰਹਿੰਦਾ ਹੈ। ਕੋ ਨਾਨਕ ਭਰਮ ਗੁਰ ਖੋਇਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਜਿਸ ਵੇਲੇ ਪੂਰਾ ਗੁਰੂ ਪ੍ਰਾਪਤ ਹੋਵੇ, ਇਹ ਪੂਰਾ ਗੁਰੂ ਆਪਾਂ ਸ਼ਬਦ ਤਾਂ ਵਰਤਦੇ ਹਾਂ ਕਿਉਂਕਿ ਦੁਨੀਆ ਵਿੱਚ ਬੜੇ ਗੁਰੂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ, ਪਰ ਉਹਨਾਂ ਬਹੁਤਿਆਂ ਦੇ ਵਿੱਚੋਂ ਪੂਰਾ ਲੱਭਣਾ ਪਵੇਗਾ ਵੀ ਪੂਰਾ ਕੌਣ ਹੈ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 22 ਗੁਰੂ ਬਣ ਕੇ, ਗੁਰੂ ਸਾਹਿਬ ਦੇ ਸਮੇਂ 22 ਬਣ ਕੇ ਬੈਠ ਗਏ। ਗੁਰੂ ਤੇ ਇੱਕ ਹੈ ਪਰ 22 ਨਾਲ ਨਕਲੀ ਬੈਠੇ, ਤਾਂ ਇਹ ਬਚਨ ਕਿਹਾ ਜਾਂਦਾ ਪੂਰਾ ਗੁਰੂ। 22 ਨਕਲੀਆਂ ਵਿੱਚੋਂ ਇੱਕ ਅਸਲੀ ਪਛਾਨਣਾ ਪਿਆ। ਕਿਹਨੂੰ? ਵਣਜਾਰਾ ਮਹਾਰਾਜ ਜੀ ਦਾ ਸਿੱਖ ਮੱਖਣ ਸ਼ਾਹ। ਗੁਰਮੁਖੋ ਉਦੋਂ ਤੇ ਦੁਨੀਆ ਦੀ ਗਿਣਤੀ ਵੀ ਘੱਟ ਹੈ ਤੇ ਲਾਲਸਾ ਵੀ ਘੱਟ ਹੈ। ਲਾਲਸਾ ਵੀ ਪਦਾਰਥਾਂ ਦੀ ਘੱਟ ਹੈ ਤੇ ਗਿਣਤੀ ਵੀ ਘੱਟ ਹੈ। ਉਦੋਂ 22 ਬਣ ਕੇ ਬੈਠੇ। ਅੱਜ ਤੇ ਗਿਣਤੀ ਬੜੀ ਵੱਧ ਗਈ ਦੁਨੀਆ ਦੀ, ਲਾਲਸਾ ਵੀ ਬਹੁਤੀ ਵੱਧ ਗਈ ਹੈ। ਅੱਜ 22 ਨਹੀਂ, ਅੱਜ ਤੇ 22,000 ਜਾਂ ਕਹਿ ਲਈਏ 22 ਲੱਖ ਹੀ ਗੁਰੂ ਬਣ ਕੇ ਬੈਠੇ। ਇੰਨਿਆਂ ਬਹੁਤਿਆਂ ਦੇ ਵਿੱਚੋਂ ਪੂਰਾ ਗੁਰੂ ਲੱਭਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਰਗਾ ਬੜਾ ਮੁਸ਼ਕਲ ਹੈ। ਤਾਂ ਬਚਨ ਆਖਿਆ ਜਾਂਦਾ ਹੈ ਕਿ ਪੂਰਾ ਗੁਰੂ ਜਿਹੜਾ ਹੈ ਭਰਮ ਗੁਰ ਖੋਇਆ। ਪੂਰਾ ਗੁਰੂ ਫਿਰ ਭਰਮ ਦੂਰ ਕਰ ਦਿੰਦਾ ਹੈ। ਤਾਂ ਹਰ ਮਹਿਲੀ ਮਹਿਲ ਪਾਇਆ ਥਾ। ਤਾਂ ਫਿਰ ਮਹਿਲੀ ਨਾਮ ਹੈ ਜਗਿਆਸੂ ਰੂਪ ਇਸਤਰੀ ਨੇ, ਮਹਿਲ ਕਹੀਏ ਸਰੂਪ ਰੂਪੀ ਪਰਮਾਤਮਾ ਨੂੰ ਪਰਾ ਲਿਆ ਹੈ। ਜਗਿਆਸੂ ਰੂਪ ਇਸਤਰੀ ਨੇ ਪਤੀ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਮਾਰੂ ਮਹੱਲਾ ਪੰਜਵਾ।
ਜਿਸੇ ਸਾਜ ਨਿਵਾਜਿਆ। ਗੁਰਮੁਖੋ ਪ੍ਰਮਾਤਮਾ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਜਿਸ ਇਹ ਸਾਜ, ਉਹਨੇ ਪਹਿਲਾਂ ਸਾਡੇ ਸਰੀਰ ਨੂੰ ਸਾਜਿਆ ਹੈ, ਬਣਾਇਆ ਹੈ। ਮਾਤਾ ਦੇ ਗਰਭ ਦੇ ਅੰਦਰ ਸਾਡੇ ਸਰੀਰ ਨੂੰ ਬਣਾਇਆ, ਨੈਣ ਨਕਸ਼ ਸਾਡੇ ਲਾਏ, ਸਾਰੇ ਅੰਗਾਂ ਪ੍ਰਤੰਗਾਂ ਦੇ ਨਾਲ ਸਾਨੂੰ ਬਣਾ ਕੇ ਦੁਨੀਆ ਤੇ ਲੈ ਕੇ ਆਇਆ। ਜਦੋਂ ਅਸੀਂ ਦੁਨੀਆ ਤੇ ਆਏ, ਫਿਰ ਦੁਨੀਆ ਤੇ ਨਿਵਾਜਿਆ, ਇੱਥੇ ਵੀ ਵਡਿਆਇਆ ਉਸਨੇ। ਮਾਤਾ ਪਿਤਾ ਚੁੱਕੀ ਫਿਰਦੇ, ਭੈਣ ਭਰਾ ਚੱਕੀ ਫਿਰਦੇ, ਰਿਸ਼ਤੇਦਾਰ ਆ ਕੇ ਵਧਾਈਆਂ ਦਿੰਦੇ ਪਏ, ਕਿੰਨਾ ਮਾਣ ਸਨਮਾਨ ਮਿਲਦਾ ਹੈ। ਨਵਾਜਦਾ ਹੀ ਪਿਆ ਨਾ ਪਰਮਾਤਮਾ। ਕੋਈ ਰਿਸ਼ਤੇਦਾਰ ਮਿਲਣ ਆ ਜਾਵੇ, ਬੱਚੇ ਨੂੰ ਪੈਸੇ ਦੇ ਜਾਂਦਾ, ਕੋਈ ਬੱਚੇ ਵਾਸਤੇ ਖਾਣ ਵਾਲਾ ਪਦਾਰਥ ਲੈ ਆਉਂਦਾ, ਫਲ ਫਲੂਟ ਲੈ ਆਉਂਦਾ। ਇਹ ਨਵਾਜਦਾ ਹੀ ਪਿਆ ਨਾ। ਪਾਤਸ਼ਾਹ ਨੇ ਪਹਿਲਾਂ ਸਰੀਰ ਬਣਾਇਆ, ਫਿਰ ਨਵਾਜਿਆ। ਨਵਾਜਿਆ ਕਹੀਏ ਵਡਿਆਇਆ, ਤੇਰੀ ਵਡਿਆਈ ਵੀ ਕਰਾਈ ਹੈ। ਲੋਕ ਆਖਦੇ ਬੱਚਾ ਬੜਾ ਸੋਹਣਾ, ਕੋਈ ਆਖਦਾ ਹੈ ਬੜਾ ਸਿਆਣਾ। ਉਹਦੇ ਖਾਣ ਵਾਸਤੇ ਪਦਾਰਥ ਆਉਂਦੇ ਪਏ, ਸੋਹਣੇ ਬੱਚੇ ਨੂੰ ਹਰੇਕ ਹੀ ਚੱਕੀ ਫਿਰਦਾ। ਇਹ ਵਡਿਆਉਂਦਾ ਹੈ ਪਰਮਾਤਮਾ। ਵੇਖ ਤੇਰੇ ਤੇ ਕਿੱਡਾ ਪਰਉਪਕਾਰ ਕੀਤਾ। ਪਰ ਬਚਨ ਤੇ ਗੁਰਮੁਖੋ ਉਹ ਹੈ ਕਿ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਪਰਮਾਤਮਾ ਨੇ ਸਾਡੇ ਤੇ 10 ਨਹੀਂ, ਕਈ 10 ਸਾਡੇ ਤੇ ਪਰਉਪਕਾਰ ਕੀਤੇ ਉਸਨੇ, ਕਈ 10। ਰੋਜ਼ ਹੀ ਪਰਉਪਕਾਰ, ਹਜ਼ਾਰਾਂ ਪਰਉਪਕਾਰ ਕਰਦਾ। ਸਾਨੂੰ ਹਜ਼ਾਰਾਂ ਚੇਤੇ ਭੁੱਲ ਜਾਂਦੇ, ਪਰ ਕੋਈ ਇੱਕ ਜਿਹੜਾ ਸਾਡਾ ਨਹੀਂ ਹੋਇਆ ਉਹ ਚੇਤੇ ਰਹਿੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਜਿਸ ਇਹ ਸਾਜ ਪ੍ਰਮਾਤਮਾ ਨੇ ਤੇਰੇ ਸਰੀਰ ਨੂੰ ਸਾਜਿਆ ਹੈ, ਤੇ ਬਾਅਦ ਵਿੱਚ ਬਚਨ ਕੀਤਾ ਨਿਵਾਜਿਆ, ਫਿਰ ਤੈਨੂੰ ਵਡਿਆਇਆ ਵੀ ਹੈ। ਦੁਨੀਆ ਵਡਿਆਈ ਵੀ ਦਿੰਦੀ ਹੈ, ਫਲਾਣੇ ਦਾ ਪੁੱਤਰ ਹੈ, ਫਲਾਣੇ ਦਾ ਪੋਤਰਾ ਹੈ। ਇਸ ਤਰ੍ਹਾਂ ਦੀ ਵਡਿਆਈ ਮਾਣ ਵੀ ਦੁਨੀਆ ਤੇ ਮਿਲਦਾ ਹੈ। ਤਿਸ ਹੈ ਸਿਉ ਰੁਚ ਨਾਹੀ। ਪਰ ਗੁਰਮੁਖੋ ਬਚਨ ਇਹ ਹੈ ਵੀ ਪ੍ਰਮਾਤਮਾ ਸਾਨੂੰ ਭਾਵੇਂ ਸਰੀਰ ਬਣਾ ਕੇ ਦੁਨੀਆ ਤੇ ਭੇਜ ਦੇਵੇ, ਭਾਵੇਂ ਸਾਡੀ ਵਡਿਆਈ ਜੈ ਜੈਕਾਰ ਵੀ ਕਰਵਾ ਦੇਵੇ, ਪਰ ਸਾਡੀ ਉਸ ਪਰਮਾਤਮਾ ਦੇ ਵੱਲ ਕੋਈ ਰੁਚੀ ਨਹੀਂ ਹੈ। ਰੁਚੀ ਕਹੀਏ ਕੋਈ ਪ੍ਰੀਤੀ ਨਹੀਂ ਹੈ। ਰੱਬ ਦੇ ਨਾਲ ਫਿਰ ਵੀ ਪ੍ਰੇਮ ਨਹੀਂ ਹੈ। ਹੁਣ ਮੰਨ ਲਓ ਕੋਈ ਸ਼ਾਹੂਕਾਰ ਹੈ, ਕੋਈ ਅਮੀਰ ਧਨਾੜ ਆਦਮੀ ਹੈ, ਉਹਦੇ ਘਰ ਵਿੱਚ ਪੁੱਤਰ ਪੈਦਾ ਹੋ ਜਾਵੇ, ਤੇ ਪੁੱਤਰ ਤੇ ਅਜੇ ਛੋਟਾ ਜਿਹਾ ਹੀ ਹੈ, ਉਹਨੂੰ ਤੇ ਪਤਾ ਵੀ ਨਹੀਂ ਵੀ ਮੇਰਾ ਬਾਪ ਜਾਂ ਮੇਰਾ ਇਹ ਘਰ ਕਿੰਨਾ ਮੈਂ ਅਮੀਰ ਹਾਂ, ਇਹ ਮਹਿਲ ਕਿੰਨਾ ਮਹਿੰਗਾ ਹੈ, ਸਾਡੇ ਕੋਲ ਧਨ ਦੌਲਤ ਕਿੰਨੀ ਹੈ, ਬੱਚੇ ਨੂੰ ਪਤਾ ਨਹੀਂ। ਪਰ ਉਸ ਨੂੰ ਚੁੱਕਣ ਵਾਲੇ, ਉਹਦੀ ਸੇਵਾ ਕਰਨ ਵਾਲੇ ਨੌਕਰ ਚਾਕਰ ਇੱਧਰ ਉੱਧਰ ਦੌੜੇ ਫਿਰਦੇ। ਕਿੰਨਾ ਵਡਿਆਇਆ ਪਰਮਾਤਮਾ। ਪਰ ਫਿਰ ਵੀ ਇਸ ਦੀ ਉਸ ਪਰਮਾਤਮਾ ਦੇ ਨਾਲ ਕੋਈ ਰੁਚੀ ਹੈ ਹੀ ਨਹੀਂ, ਕੋਈ ਪ੍ਰੀਤੀ ਹੈ ਨਹੀਂ ਹੈ। ਆਨ ਰੂਤੀ ਆਨ ਬੋਈਆ। ਮਹਾਰਾਜ ਕਹਿੰਦੇ ਭਾਈ ਜੇ ਰੁੱਤ ਹੋਰ ਹੋਵੇ ਤੇ ਬੀਜ ਹੋਰ ਬੀਜ ਦਈਏ। ਮੰਨ ਲਓ ਵੀ ਰੁੱਤ ਹੈ ਹਾੜੀ ਦੀ ਤੇ ਬੀਜ ਦਿੱਤੀ ਹੈ ਸੌਣੀ ਦੀ ਫਸਲ। ਹੁਣ ਹਾੜੀ ਸੌਣੀ ਤੇ ਬਜ਼ੁਰਗਾਂ ਨੂੰ ਪਤਾ, ਨਵੀਂ ਪੀੜ੍ਹੀ ਨੂੰ ਨਹੀਂ ਗਿਆਨ। ਸਿੱਧਾ ਜਿਹਾ ਹੀ ਆਪਾਂ ਕਹਿ ਦਈਏ ਵੀ ਰੁੱਤ ਹੋਵੇ ਕਣਕ ਦੀ ਤੇ ਬੀਜ ਦਿੱਤਾ ਝੋਨਾ, ਤੇ ਪਾਤਸ਼ਾਹ ਫਰਮਾਉਂਦੇ ਹਨ ਫਲ ਨਾ ਫੁੱਲੇ ਤਾਹੇ। ਤੇ ਗੁਰਮੁਖੋ ਉਸ ਵੇਲੇ ਨਾ ਕੋਈ ਫਲ ਲੱਗਦਾ, ਨਾ ਕੋਈ ਫੁੱਲ ਲੱਗਦਾ। ਫਸਲ ਝਾੜ ਨਹੀਂ ਦਿੰਦੀ ਹੈ। ਫਸਲ ਨੂੰ ਮੌਸਮ ਦੇ ਮੁਤਾਬਕ ਹੀ ਬੀਜਣਾ ਪੈਂਦਾ ਹੈ। ਜਿਹੋ ਜਿਹਾ ਮੌਸਮ ਹੈ ਉਹੋ ਜਿਹੀ ਫਸਲ ਬੀਜੇਗਾ, ਜਿਹੋ ਜਿਹੀ ਰੁੱਤ ਹੈ ਤਾਂ ਫਲ ਮਿਲਣਾ ਹੈ। ਰੁੱਤ ਤੋਂ ਬਾਹਰ ਹੀ ਜਾ ਕੇ ਬੀਜੇਗਾ ਤੇ ਕੁਝ ਨਹੀਂ ਮਿਲਣਾ। ਪਰ ਗੁਰਮੁਖੋ ਇਹ ਜਿਹੜਾ ਕਲਯੁਗ ਦਾ ਸਮਾਂ, ਇਹਦੇ ਵਿੱਚ ਨਾਮ ਦਾ ਬੀਜ ਬੀਜਣ ਦਾ ਸਮਾਂ ਹੈ। ਗੁਰੂ ਪਾਤਸ਼ਾਹ ਨੇ ਬਚਨ ਲਿਖਿਆ, ਅਬ ਕਲੂ ਆਇਓ ਰੇ। ਇੱਕ ਨਾਮ ਬੋਲ। ਕਲੂ ਤੋਂ ਭਾਵ ਕਲਯੁਗ। ਪਾਤਸ਼ਾਹ ਕਹਿੰਦੇ ਕਲਯੁਗ ਆ ਗਿਆ। ਗੁਰੂ ਕਿਹਾ ਸਿੱਖਾ। ਸਿੱਖ ਨੇ ਅੱਗੋਂ ਆਖਿਆ, ਮਹਾਰਾਜ ਮੈਂ ਵਰਤ ਰੱਖੀ ਬੈਠਾ। ਸਾਡੇ ਵਿੱਚ ਬਹੁਤੇ ਵਰਤ ਰੱਖ ਕੇ ਬੈਠਦੇ ਨੇ। ਮਹਾਰਾਜ ਮੈਂ ਵਰਤ ਰੱਖਿਆ ਹੈ। ਮਹਾਰਾਜ ਨੇ ਫਿਰ ਆਖਿਆ, ਅਬ ਕਲੂ ਆਇਓ ਰੇ। ਸਿੱਖ ਆਖਦਾ ਮੈਂ ਤੀਰਥ ਯਾਤਰਾ ਕਰਦਾ ਪਿਆ। ਅਬ ਕਲੂ ਆਇਓ ਰੇ, ਕਹਿੰਦਾ ਜਪ ਕਰਦਾ ਪਿਆ ਆ, ਤਪ ਕਰਦਾ ਪਿਆ ਆ, ਦਾਨ ਕਰਦਾ ਪਿਆ ਆ, ਪੁੰਨ ਕਰਦਾ ਪਿਆ। ਸਾਰੇ ਬਚਨ ਅੱਗੋਂ ਸਿੱਖ ਦੱਸੀ ਜਾਂਦਾ। ਪਰ ਮਹਾਰਾਜ ਨੇ ਆਖਿਆ ਇੱਕ ਨਾਮ ਬੋਵੋ ਬੋਵੋ। ਇੱਕ ਨਾਮ ਦਾ ਬੀਜ ਬੀਜ। ਇਹ ਜਪ ਤਪ ਵਰਤ ਰੱਖਣੇ, ਇਹ ਪੁੰਨ ਦਾਨ ਛੱਡ ਇਹਨਾਂ ਨੂੰ ਪਰੇ। ਕਲਯੁਗ ਦੇ ਵਿੱਚ ਇਹ ਸਮਾਂ ਨਹੀਂ ਹੈ। ਰੁੱਤ ਕੋਈ ਹੋਰ ਹੈ, ਫਲ ਵੀ ਕੋਈ ਹੋਰ ਬੀਜਦਾ ਪਿਆ, ਫਲ ਨਹੀਂ ਉਹ ਮਿਲਣਾ।
सतयुग सत तेता जगी द्वापर पूजा चार तीनों युग तीनों दिड़े कल केवल नाम। सतयुग का जिहड़ा युग है ना उदों रुत होर है, उदों रुत किहड़ी है सतयुग सत, उदों लोग सच बोलते सन, वो कलयुग की रुत है। वाहिगुरू जी सतयुग की रुत है, सच बोलना, सच बोलन का ही फल है। त्रेता जगी त्रेते युग दे विच जग करया कर, जग किवें कीता जांदा है, जिउंदे घोड़े दा कलेजा कढ के उहदे चार हिस्से कर लैणे, एक अग दे विच पाउणा, एक ब्राह्मणां नूं खवाउणा, एक छत्रियां नूं दे देना, एक वड्डे वडेरिਆਂ वास्ते कढना, उहनूं कहिंदे जग कीता, असमेध जग। कुछ लोग अज गऊ नूं मां कह के ते बड़ा प्रोपोगंडा करते हैं, सियासत खेडते पे, पर हिंदू धार्मिक ग्रंथ ये गल कहंदा है, शास्त्र ये गल कहंदा भी जदों गऊ मेद जग करदे ना, जिउंदी गऊ दा कलेजा कढदे ते फिर उस दे चार हिस्से करके सारियां नूं खवाउंदा, गऊ तड़फ तड़फ के मरदी है, उदों पाप नहीं हुंदा। रौ विचार ये है, अज तो केवल एक जीव जंतु जिहड़ा सियासत की भेट चढ़ गया, सियासत हो रही है। किन्नियां गावां सड़कों ते तुरियां फिरदियां, बीमारियां लगियां, तुरिया नहीं जाता, एक्सीडेंट इन्ने हुंदे पे, किन्नियां मौतां हुंदियां पई, केवल एक पशु का आसरा लैके सियासत की जा रही है विच कुछ नहीं है। जे वाकई तुसी धार्मिक चिन्ह मनते हो फिर इन्हां दी संभाल की जाए। दुनिया नूं टैक्स लाया होया है, गां दा टैक्स जदों भी कोई प्रॉपर्टी कोई वस्तु लैंदे आ, गां दा टैक्स कटिया जांदा, दुनिया कोलों ते पैसा लैंदे पए हो, फिर संभाल वास्ते भी उहदा यतन होना चाहिए ना जी, यतन करना चाहिए तो की नहीं हुंदा। पशु के नाम ते पैसा खाधा जा रहा है, गऊशाला का जिहड़ा मुखी है वह खा रहा, जिहड़ियां समय दियां सरकारां वो खा लियां, पर उन्हां गावां नूं साਂਭਦਾ कौन है। बीमारियां लगियां होईयां, विचारियां सड़कों ते तुरियां फिरदियां, एक्सीडेंट मौतां हुंदियां पईयां। एक जानवर एक पशु भी सियासत की भेट चढ़ गया है, धार्मिक कह कह के संभाल कोई नहीं। पर धार्मिक शास्त्र ये गल कहंदा है भी जदों गऊ बेद जग करते हैं उस वेले मेधा कढ़ के उदा ते फिर अग्नि विच पाउंदे, उदों भी तो गऊ की हत्या हुंदी है ना, ते जग तो हिंदू धर्म दे विच ही होया करदे हैं, हिंदू धार्मिक ग्रंथ का यह हवाला है, उदों पाप नहीं है। कोई बंदा सोटी मार दे फिर पाप है, कलेजा कढ़ के जिउंदी दा पा दिओ अग दे विच ते खवा दिओ लोकां नूं फिर पाप नहीं है। एक ऐसा पखंड है, एक ऐसा भरम है, एक ऐसी मूर्खता ही है, इस तरह के कर्म किए जाते करवाए जाते। रौ विचार सतयुग सत तेता जगी द्वापर पूजा चार, द्वापर युग दे विच पूजा प्रधान सीगी, तीनों युग तीनों दिड़े, तीन युग आए तिन्ने चले गए। महाराज कहते हुण कलयुग दी, महाराज कलयुग का बचन सुनाओ, कहन लगे कल केवल नाम आधार, कलयुग दे विच केवल नाम ही तेरा आसरा है। तां सानू जपजी साहब महाराज ने वाहिगुरू मंत्र महाराज साहब जी ने बख्शिया है, पर साडे विच भी बहुते लोग वो ने हुणे अगे वर्त वाले दिन आ जाने, वर्त रखन लग पैणगे, जाप ताप उन्हां कर्मां विच पैणगे जिन्हां कर्मां दा फल मिलना ही नहीं है। झोने नूं छड़ के चौल वखरे ते फक वखरी कर लईए, फक चुक के पंड तुरे फिरो, कुछ नहीं मिलना फक दा। ये जिन्ने कर्म ने सब झोने दी फक वर्गे ने, प्राप्ति नहीं है। महाराज कहन लगे कल केवल नाम आधार, कलयुग दे विच केवल नाम दा आसरा है। ते महाराज साहब जी बख्शिश करते हैं, रे मन वत्तर बीजण नाओ, ऐ प्यारिया मना हुण वत्तर है नाम बीजण दा। वत्तर की है, किसान जदों फसल बीजदा है ना, तो की करदा है, जे जमीन सुकी होवे ना, पता भी सुकी जमीन विच बी पावांगे उगना नहीं, सड़ जाना है।
ਤੇ ਉਹ ਫਿਰ ਪਹਿਲਾਂ ਪਾਣੀ ਲਾਉਂਦਾ, ਪਹਿਲਾਂ ਖੇਤ ਵਾਹ ਕੇ ਫਿਰ ਪਾਣੀ ਲਾਉਂਦਾ, ਫਿਰ ਪਾਣੀ ਲਾ ਕੇ ਇੰਤਜ਼ਾਰ ਕਰਦਾ। ਫਿਰ ਜਦੋਂ ਵੇਖਦਾ ਨਾ ਵੀ ਹੁਣ ਧਰਤੀ ਥੋੜ੍ਹੀ ਗਿੱਲੀ ਹੈ, ਥੋੜ੍ਹੀ ਸੁੱਕੀ ਹੈ, ਵੀ ਹੁਣ ਮੇਰਾ ਬੀਜ ਬੀਜਿਆ ਉੱਗ ਪਵੇਗਾ, ਫਿਰ ਉਹ ਬੀਜ ਬੀਜਦਾ ਹੈ। ਮਹਾਰਾਜ ਕਹਿਣ ਲੱਗੇ ਹੁਣ ਵੱਤਰ ਜਿਹੜਾ ਨਾ ਬੀਜਣ ਦਾ ਹੈ, ਕਿਉਂਕਿ ਭਾਰਤ ਖੰਡ ਦੀ ਜਿਹੜੀ ਧਰਤੀ ਹੈ ਨਾ, ਇਸ ਨੂੰ ਕਿਹਾ ਜਾਂਦਾ ਹੈ, ਇਹ ਜਿਹੜੀ ਧਰਤੀ ਹੈ, ਬਾਕੀ ਧਰਤੀਆਂ ਜਿਹੜੀਆਂ ਨੇ ਉਹ ਭੋਗ ਭੂਮੀ ਉਹਨਾਂ ਨੂੰ ਕਿਹਾ ਜਾਂਦਾ ਹੈ। ਹਿੰਦੁਸਤਾਨ ਦੀ ਧਰਤੀ ਤੋਂ ਬਿਨਾਂ ਬਾਕੀ ਧਰਤੀਆਂ ਨੂੰ ਗ੍ਰੰਥਾਂ ਦੇ ਵਿੱਚ ਭੋਗ ਧਰਤੀ ਆਖਿਆ, ਛਕਣ ਵਾਲੀ, ਭੋਗਾਂ ਨੂੰ ਭੋਗਣ ਵਾਲੀ। ਹਿੰਦੁਸਤਾਨ ਭਾਰਤ ਖੰਡ ਨੂੰ ਕਰਮ ਭੂਮੀ ਆਖਿਆ, ਇੱਥੇ ਕਰਮ ਬੀਜਿਆ ਜਾਂਦਾ ਹੈ ਛਕਣ ਵਾਸਤੇ। ਮਹਾਰਾਜ ਕਹਿਣ ਲੱਗੇ ਭਾਰਤ ਖੰਡ ਦੀ ਜਿਹੜੀ ਕਰਮ ਭੂਮੀ ਹੈ, ਇਹਦੇ ਵਿੱਚ ਗੁਰਮੁਖਾ ਕਲਯੁਗ ਦਾ ਸਮਾਂ ਤੈਨੂੰ ਪ੍ਰਾਪਤ ਹੋਇਆ, ਤੇ ਮਨੁੱਖਾ ਦੇਹ ਜਿਹੜੀ ਹੈ ਇਹ ਬੀਜ ਬੀਜਣ ਦਾ ਸਮਾਂ ਹੈ। ਇਹਦੇ ਵਿੱਚ ਨਾਮ ਦਾ ਬੀਜ ਬੀਜਣਾ ਕਰ। ਕੋਏ ਖੇਤੀ ਲਾਏ ਮਨੁਆ, ਇਸ ਤਰ੍ਹਾਂ ਦੀ ਖੇਤੀ ਬੀਜਣਾ ਕਰ ਆਪਣੇ ਮਨ ਨੂੰ ਲਾ ਕੇ। ਭਲੋ ਸਮੋ ਸੁਆਓ, ਹੁਣ ਬੜਾ ਭਲਾ ਸਮਾਂ ਹੈ, ਬੜਾ ਚੰਗਾ ਸਮਾਂ। ਜੇ ਆਪਾਂ ਸਮੇਂ ਤੇ ਖੇਤੀ ਬੀਜ ਦਈਏ ਤੇ ਉਹਦਾ ਝਾੜ ਬੜਾ ਸੋਹਣਾ ਮਿਲਦਾ ਹੈ। ਜੇ ਸਮਾਂ ਗਵਾ ਕੇ ਬੀਜੀਏ ਫਿਰ ਕੁਝ ਵੀ ਨਹੀਂ ਮਿਲਦਾ ਹੈ। ਹੁਣ ਸਮਾਂ ਕੀ ਹੈ, ਇਹ ਜਿਹੜਾ ਤੇਰੇ ਤੇ ਹੁਣ ਜਵਾਨੀ ਚੱਲਦੀ ਪਈ ਹੈ ਨਾ, ਇਹ ਭਲਾ ਸਮਾਂ ਚੰਗਾ ਹੈ। ਛੇਤੀ ਨਾਲ ਨਾਮ ਜਪ ਲਾ, ਕਿਉਂਕਿ ਜਵਾਨੀ ਵਿੱਚ ਬਿਮਾਰੀਆਂ ਘੱਟ ਤੇ ਸਰੀਰ ਤਗੜਾ ਹੈ। ਜਿਵੇਂ ਜਿਵੇਂ ਉਮਰਾਂ ਢਲੇਗੀ ਬਿਮਾਰੀਆਂ ਦਾ ਜ਼ੋਰ ਵੱਧ ਜਾਣਾ, ਸਰੀਰ ਕਮਜ਼ੋਰ ਪੈ ਜਾਣਾ। ਨੈਣੋ ਨੀਰ ਬਹਿ ਤਨ ਖੀਨਾ, ਫਿਰ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ। ਅੱਖਰ ਜਿਹੜੇ ਨੇ ਗੁਰਬਾਣੀ ਦੇ ਉਹ ਫਟਦੇ ਫਟਦੇ ਦਿਖਾਈ ਦਿੰਦੇ, ਅੱਖਰ ਨਹੀਂ ਸਹੀ ਦਿਸਦੇ। ਫਿਰ ਕੰਨਾਂ 'ਚੋਂ ਚੰਗੀ ਤਰ੍ਹਾਂ ਸੁਣਦਾ ਨਹੀਂ, ਥੋੜ੍ਹਾ ਬੋਲਾ ਹੋ ਜਾਂਦਾ। ਜ਼ੁਬਾਨ ਫਿਰ ਸਪਸ਼ਟ ਸ਼ਬਦ ਨਹੀਂ ਬੋਲਦੀ, ਦੰਦ ਟੁੱਟ ਜਾਂਦੇ, ਮੂੰਹੋਂ ਬੋਲਦਾ ਪਤਾ ਨਹੀਂ ਲੱਗਦਾ। ਰੋਟੀ ਪ੍ਰਸ਼ਾਦਾ ਛਕਦਾ ਤੇ ਉਹ ਚੰਗੀ ਤਰ੍ਹਾਂ ਚਿੱਥਿਆ ਨਹੀਂ ਜਾਂਦਾ। ਬਜ਼ੁਰਗ ਤੇ ਦੰਦਾਂ ਤੋਂ ਬਿਨਾਂ ਰੋਟੀ ਖਾਵੇ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਜੋਗੀ ਬੀਣ ਵਜਾਉਂਦਾ ਪਿਆ। ਇਸ ਕਰਕੇ ਹੁਣ ਜਵਾਨੀ ਦਾ ਸਮਾਂ ਹੈ, ਇਹਦੇ ਵਿੱਚ ਨਾਮ ਜਪਲਾ ਜੇ ਜਪਿਆ ਜਾਂਦਾ, ਇਹ ਭਲਾ ਸਮਾਂ, ਇਹ ਦੁਬਾਰਾ ਨਹੀਂ ਹੋਣਾ। ਬੋਏ ਖੇਤੀ ਲਾਏ ਮਨੁਆ, ਜਦੋਂ ਨਾਮ ਜਪਣਾ ਤੇਰਾ ਮਨ ਲਾ ਕੇ, ਅੱਜ ਮਨ ਨਹੀਂ ਲੱਗਿਆ ਪਰ ਯਤਨ ਕਰ, ਕੱਲ ਨਹੀਂ ਲੱਗਿਆ ਫਿਰ ਯਤਨ ਕਰ। ਇਹ ਕੰਮ ਨੂੰ ਵਾਰ-ਵਾਰ ਕਰੇਗਾ, ਸਮਾਂ ਆਵੇਗਾ ਤੇਰਾ ਮਨ ਵੀ ਲੱਗ ਜਾਏਗਾ। ਬੱਚਿਆਂ ਦੇ ਪੇਪਰ ਹੋਣ ਤੋਂ ਪਹਿਲਾਂ ਕਿੰਨੀ ਵਾਰੀ ਸਕੂਲ ਦੇ ਵਿੱਚ ਉਹਨਾਂ ਦਾ ਇਮਤਿਹਾਨ ਦਾ ਟੈਸਟ ਲਿਆ ਜਾਂਦਾ, ਕਾਹਦੇ ਵਾਸਤੇ? ਉਹਨਾਂ ਦੀ ਪਰਖ ਕਰਨ ਵਾਸਤੇ, ਵਾਰ-ਵਾਰ ਲਾਉਣ ਵਾਸਤੇ। ਜਿੱਥੋਂ ਕਮਜ਼ੋਰ ਹੋਵੇਗਾ ਮਿਹਨਤ ਕਰਕੇ ਉੱਥੋਂ ਫਿਰ ਤਗੜਾ ਹੋਵੇਗਾ। ਤੇ ਸਾਡੀ ਜ਼ਿੰਦਗੀ ਗੁਰਮੁਖੋ ਸਾਰੀ ਪ੍ਰੀਖਿਆ ਦੇ ਵਿੱਚ ਹੀ ਲੰਘ ਜਾਂਦੀ ਹੈ। ਜ਼ਿੰਦਗੀ ਦਾ ਵੀ ਤੇ ਇੱਕ ਤਜਰਬਾ ਹੈ ਨਾ, ਇੱਕ ਵਾਰੀ ਮਨ ਨਹੀਂ ਲੱਗਿਆ, ਦੂਜੀ ਵਾਰੀ ਯਤਨ ਕਰ, ਤੀਜੀ ਵਾਰੀ ਯਤਨ ਕਰ, ਫਿਰ ਇਹ ਮਨ ਲੱਗਦਾ ਹੈ। ਭਲੋ ਸਮੋ ਸੁਆਓ, ਗੁਰਮੁਖੋ ਇਹ ਸਮਾਂ ਬੜਾ ਭਲਾ ਹੈ ਤੇ ਸੁਆਓ ਕਹੀਏ ਲਾਭ ਦੇਣ ਵਾਲਾ। ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ, ਉਹਦਾ ਲਾਭ ਤੈਨੂੰ ਇੰਨਾ ਪ੍ਰਾਪਤ ਹੋਵੇਗਾ ਤੂੰ ਕਦੇ ਸੋਚਿਆ ਹੀ ਨਹੀਂ ਹੋਇਆ। ਕਦੇ ਤੇਰੇ ਮਨ ਵਿੱਚ ਉਹ ਗੱਲ ਆਈ ਨਹੀਂ ਹੋਵੇਗੀ ਵੀ ਇੰਨਾ ਲਾਭ ਹੋਵੇਗਾ। ਇੰਨਾ ਗੁਰਬਾਣੀ ਪੜ੍ਹਨ ਦਾ ਮਹਾਤਮ ਹੈ। ਭਾਈ ਗੋਪਾਲਾ ਜੀ ਇੱਕ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਪਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਪਹਿਲਾਂ ਤੇ ਗੁਰਤਾ ਗੱਦੀ ਤੇ ਬਾਅਦ ਵਿੱਚ 1.25 ਲੱਖ ਦਾ ਘੋੜਾ ਸਮੇਤ ਕਾਠੀ, 1.25 ਲੱਖ ਦੀ ਕਾਠੀ ਦੇ ਕੇ ਮਹਾਰਾਜ ਨੇ ਨਿਵਾਜਿਆ। ਐਸਾ ਮਹਾਤਮ ਹੈ ਗੁਰਬਾਣੀ ਦਾ। ਗੁਰਬਾਣੀ ਪੜ੍ਹਿਆ ਕਰ। ਕਈ ਵਾਰੀ ਸਾਡਾ ਸਵਾਲ ਇਹ ਆ ਜਾਂਦਾ ਵੀ ਬਾਣੀ ਤੇ ਮੈਂ ਪੜ੍ਹਦਾ ਹਾਂ ਪਰ ਮੇਰਾ ਮਨ ਨਹੀਂ ਲੱਗਦਾ ਹੈ। ਜੇ ਮਨ ਨਹੀਂ ਲੱਗਦਾ ਹੈ ਤੇ ਕੀ ਮੈਂ ਗੁਰਬਾਣੀ ਨਾ ਪੜ੍ਹਾਂ? ਨਹੀਂ ਭਾਈ, ਇਸ ਤਰ੍ਹਾਂ ਨਹੀਂ ਹੈ। ਮਨ ਲੱਗੇ, ਜੇ ਨਹੀਂ ਵੀ ਲੱਗਦਾ ਤਾਂ ਵੀ ਬਾਣੀ ਪੜ੍ਹ, ਬਾਣੀ ਨੇ ਤੈਨੂੰ ਫਲ ਦੇਣਾ ਹੀ ਦੇਣਾ ਹੈ। ਕਈ ਵਾਰੀ ਕੁਝ ਸੰਗਤਾਂ ਸਿੱਖਾਂ ਦਾ ਇਹ ਪ੍ਰਸ਼ਨ ਆ ਜਾਂਦਾ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਮਨ ਵਿੱਚ ਬੜੇ ਬੜੇ ਭੈੜੇ ਖਿਆਲ ਵੀ ਆਉਂਦੇ, ਤੇ ਫਿਰ ਸੋਚੀਦਾ ਵੀ ਮਾੜੇ ਖਿਆਲ ਆਉਂਦੇ ਪਏ, ਚਲੋ ਬਾਣੀ ਪੜ੍ਹਨੀ ਛੱਡ ਦਈਏ। ਨਹੀਂ, ਬਾਣੀ ਪੜ੍ਹਨੀ ਨਹੀਂ ਛੱਡਣੀ ਹੈ, ਖਿਆਲ ਆਪੇ ਛੁੱਟ ਜਾਣਗੇ। ਮਹਾਰਾਜ ਕਹਿਣ ਲੱਗੇ ਇਹ ਭਲਾ ਸਮਾਂ, ਸੁਆਓ ਕਹੀਏ ਲਾਭ ਵਾਲਾ ਸਮਾਂ ਹੈ। ਇਹਦਾ ਲਾਭ ਲੈ ਜਿੰਨਾ ਲਾਭ ਲੈ ਸਕਦਾ ਹੈ। ਰਹਾਓ ਖੋਏ ਖੈੜਾ ਭਰਮ ਮਨ ਕਾ, ਇਹ ਮਨ ਦਾ ਜਿਹੜਾ ਭਰਮ ਹੈ ਇਹਦਾ ਖਹਿੜਾ ਛੱਡ ਦੇ। ਮਨ ਸਾਡਾ ਹਰ ਵੇਲੇ ਭਰਮ ਦੇ ਵਿੱਚ ਹੀ ਹੈ।
ਇਸ ਮਨ ਦੇ ਭਰਮ ਨੂੰ ਛੱਡ ਦੇਣਾ ਕਰ। ਸਤਿਗੁਰ ਸਰਣੀ ਜਾਏ, ਪੂਰਿਆਂ ਸਤਿਗੁਰਾਂ ਦੀ ਸ਼ਰਨ ਵਿੱਚ ਚਲੇ ਜਾਣਾ ਕਰ, ਤੇਰੇ ਤੇ ਕਿਰਪਾ ਹੋਵੇਗੀ। ਕਰਮ ਜਿਸ ਕੋ ਧੁਰੋਂ ਲਿਖਿਆ, ਗੁਰਮੁਖੋ ਜਿਨ੍ਹਾਂ ਦੇ ਧੁਰ ਤੋਂ ਪ੍ਰਮਾਤਮਾ ਨੇ ਸ਼ੁਭ ਕਰਮ ਲਿਖੇ, ਲੇਖ ਲਿਖੀ ਹੈ ਨਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਆੜੇ ਪਾਸ। ਅਸੀਂ ਅੱਜ ਭਜਦੇ ਪੈਣ, ਆਹ ਨਹੀਂ ਬਣਿਆ, ਉਹ ਨਹੀਂ ਬਣਿਆ, ਬਣਾ ਲਈਏ, ਕਰ ਲਈਏ, ਪਰ ਕਈ ਵਾਰੀ ਨਹੀਂ ਬਣਦਾ। ਮਹਾਰਾਜ ਕਹਿਣ ਲੱਗੇ ਜਿਹੜਾ ਰੱਬ ਨੇ ਮੱਥੇ ਤੇ ਲਿਖ ਦਿੱਤਾ ਨਾ, ਬੈਠਾ ਵੀ ਰਵੇਂਗਾ ਉੱਥੇ ਹੀ ਆ ਜਾਵੇਗਾ। ਲਿਖਿਆ ਕਰਮ ਆਪਣੇ ਆਪ ਹੀ ਤੇਰੇ ਕੋਲ ਬਣ ਕੇ ਆਵੇਗਾ, ਤੇ ਜਿਹੜਾ ਕਰਮ ਨਹੀਂ ਲਿਖਿਆ ਉਹ ਕਦੇ ਬਣ ਨਹੀਂ ਸਕਦਾ ਹੈ, ਉਹ ਕਦੇ ਮਿਲ ਵੀ ਨਹੀਂ ਸਕਦਾ ਹੈ। ਕਰਮ ਜਿਸ ਕੋ ਧੁਰੋਂ ਲਿਖਿਆ, ਜਿਹਨੂੰ ਧੁਰੋਂ ਲਿਖਿਆ ਕਰਮ ਪ੍ਰਾਪਤ ਹੋਇਆ ਹੈ, ਸੋਈ ਕਾਰ ਕਮਾਏ। ਤੇ ਬੰਦਾ ਫਿਰ ਉਹੀ ਕੰਮ ਕਰਦਾ ਹੈ ਜਿਹੜੇ ਕਰਮ ਲਿਖੇ ਹੁੰਦੇ ਹਨ। ਪਾਉ ਲਾਗਾ ਗੋਬਿੰਦ ਸਿਉ, ਜਿਨ੍ਹਾਂ ਗੁਰਮੁਖਾਂ ਦਾ ਰੱਬ ਦੇ ਨਾਲ ਭਉ ਲੱਗਾ ਹੈ, ਭਾਉ ਕਹੀਏ ਪ੍ਰੇਮ, ਜਿਨ੍ਹਾਂ ਦਾ ਰੱਬ ਦੇ ਨਾਲ ਪ੍ਰੇਮ ਲੱਗ ਗਿਆ ਹੈ। ਤੇ ਪਾਤਸ਼ਾਹ ਫਰਮਾਉਂਦੇ ਹਨ, ਕਾਲ ਪਾਈ ਥਾਏ। ਜਿੰਨੇ ਆਪਾਂ ਜਪਜੀ ਸਾਹਿਬ ਦੇ ਪਾਠ ਕੀਤੇ, ਜਿੰਨੀ ਆਪਾਂ ਸੇਵਾ ਕੀਤੀ ਹੈ, ਉਹ ਸਾਰੀ ਥਾਂ ਪੈ ਗਈ ਹੈ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ। ਜਿਹਨੇ ਨਾਮ ਹੀ ਨਹੀਂ ਜਪਿਆ ਉਹਨੂੰ ਕੋਈ ਪ੍ਰਾਪਤੀ ਨਹੀਂ ਹੈ। ਨਾਮ ਜਪਣ ਵਾਲਿਆਂ ਦੀ ਘਾਲ ਥਾਂ ਪੈ ਗਈ ਹੈ, ਐਸੀ ਉਹਨਾਂ ਨੂੰ ਦਾਤ ਪ੍ਰਾਪਤ ਹੋਈ ਹੈ। ਖੇਤ ਮੇਰਾ ਜੰਮਿਆ ਨਿਖੁੱਟ ਨਾ ਕਭੂ ਜਾਏ। ਗੁਰਮੁਖੋ ਅਸੀਂ ਖੇਤ ਵਿੱਚ ਇੱਕ ਬੀਜ ਬੀਜਿਆ ਹੈ, ਇੱਕ ਬੀਜ ਤੋਂ ਅੱਗੇ ਹਜ਼ਾਰਾਂ ਬੀਜ ਸਾਨੂੰ ਪ੍ਰਾਪਤ ਹੋ ਗਏ। ਕਣਕ ਦਾ ਇੱਕ ਦਾਣਾ ਬੀਜਿਆ, ਇੱਕ ਦਾਣੇ ਤੋਂ ਕਿੰਨੇ ਸਿੱਟੇ ਬਣ ਗਏ। ਗੰਨੇ ਦੀ ਇੱਕ ਅੱਖ ਬੀਜੀ ਹੈ, ਉਹਦੇ ਤੋਂ ਕਿੱਡਾ ਵੱਡਾ ਉਹ ਗੰਨਿਆਂ ਦਾ ਬੁੱਚੜ ਬਣ ਕੇ ਪੈਦਾ, ਕਈ ਗੰਨੇ ਨਿਕਲ ਆਏ। ਧਰਤੀ ਐਸੀ ਕਰਮਾਂ ਵਾਲੀ ਹੈ, ਇਹਦੇ ਵਿੱਚ ਬੀਜ ਇੱਕ ਬੀਜੀ ਦਾ, ਇਹ ਫਲ ਬਹੁਤਾ ਉਹਦੇ ਵਿੱਚੋਂ ਦਿੰਦੀ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਇਹ ਤੇਰਾ ਖੇਤ ਕੀ ਹੈ, ਜੋ ਤੇਰਾ ਅੰਤःਕਰਣ ਹੈ, ਤੇਰਾ ਹਿਰਦਾ, ਇਹ ਵੀ ਇੱਕ ਖੇਤ ਹੈ। ਇਹਦੇ ਵਿੱਚ ਇੱਕ ਬੀਜ ਬੀਜੇਗਾ ਨਾ ਨਾਮ ਦਾ, ਤੇ ਬਹੁਤਾ ਫਲ ਤੈਨੂੰ ਦਿੰਦਾ ਹੈ, ਬਹੁਤੀ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਖੇਤ ਮੇਰਾ ਜੰਮਿਆ, ਜੰਮਿਆ ਤੋਂ ਭਾਵ ਪੈਦਾ, ਅੰਤःਕਰਨ ਰੂਪੀ ਖੇਤ ਦੇ ਵਿੱਚ ਸ਼ੁਭ ਗੁਣ ਜਿਹੜੇ ਪੈਦਾ ਹੋ ਗਏ ਹਨ। ਨਿਖੁੱਟ ਨਾ ਕਬਹੂ ਜਾਏ। ਤੇ ਫਿਰ ਕਦੇ ਵੀ ਇਹ ਖਜ਼ਾਨਾ ਮੁੱਕਦਾ ਨਹੀਂ, ਹਰ ਵੇਲੇ ਇਹ ਖਜ਼ਾਨਾ ਜਿਹੜਾ ਭਰਿਆ ਰਹਿੰਦਾ ਹੈ। ਪਾਇਆ ਅਮੋਲ ਪਦਾਰਥੋਂ, ਗੁਰਮੁਖੋ ਗਿਆਨ ਰੂਪੀ ਅਮੋਲਕ ਪਦਾਰਥ ਗੁਰਮੁਖਾਂ ਨੇ ਪਾਇਆ ਹੈ। ਪਰਮਾਤਮਾ ਦਾ ਗਿਆਨ ਉਹਨਾਂ ਗੁਰਮੁਖਾਂ ਨੇ ਪਾਇਆ। ਇਹ ਅਮੋਲਕ ਪਦਾਰਥ ਹੈ, ਹਰ ਆਪ ਅਮੁੱਲਕ ਹੈ। ਪਰਮਾਤਮਾ ਅਮੁੱਲ ਤੋਂ ਰਹਿਤ ਹੈ, ਜਿਨ੍ਹਾਂ ਨੇ ਉਸ ਨੂੰ ਪਾਲਿਆ ਹੈ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਪਾਇਆ ਅਮੋਲ ਪਦਾਰਥੋ, ਗਿਆਨ ਰੂਪੀ ਅਮੋਲਕ ਪਦਾਰਥ ਨੂੰ ਗੁਰਮੁਖਾਂ ਨੇ ਪਾਇਆ ਹੈ। ਛੋੜ ਨਾ ਕਤਹੂ ਜਾਏ। ਹੁਣ ਉਹਨਾਂ ਦਾ ਮਨ ਪਰਮਾਤਮਾ ਨੂੰ ਛੱਡ ਕੇ ਨਹੀਂ ਜਾਂਦਾ ਕਿਸੇ ਪਾਸੇ। ਉਹਨਾਂ ਦਾ ਮਨ ਹਰ ਵੇਲੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਰਹਿ। ਜੰਗਲਾਂ ਵਿੱਚ ਰਹਿਣ ਵਾਲੇ, ਸਮੁੰਦਰਾਂ ਵਿੱਚ ਰਹਿਣ ਵਾਲੇ, ਤੇ ਉਹਨਾਂ ਦੇ ਕੋਲ ਇੱਕ ਇਸ ਤਰ੍ਹਾਂ ਦਾ ਜੰਤਰ ਹੈ ਜਿਹੜਾ ਹਰ ਵੇਲੇ ਇੱਕ ਦਿਸ਼ਾ ਨੂੰ ਰਹਿੰਦਾ ਹੈ, ਤਾਂ ਕਿ ਰਸਤਾ ਜੇ ਭਟਕ ਜਾਣ ਤੇ ਉਹਦੀ ਪ੍ਰਾਪਤੀ ਹੋ ਜਾਵੇ, ਕੰਪਾਸ ਰਸਤਾ ਮਿਲ ਜਾਵੇ। ਗੁਰਮੁਖਾਂ ਦਾ ਮਨ ਵੀ ਇਸ ਤਰ੍ਹਾਂ ਦਾ ਹੈ। ਉਹ ਭਾਵੇਂ ਪ੍ਰਸ਼ਾਦਾ ਛਕਦੇ ਹੋਣ, ਭਾਵੇਂ ਉਹ ਲੰਮੇ ਪਏ ਹੋਣ, ਭਾਵੇਂ ਉਹ ਕੰਮ ਕਰਦੇ ਹੋਣ, ਭਾਵੇਂ ਉਹ ਕਿਤੇ ਸਫ਼ਰ 'ਤੇ ਜਾਂਦੇ ਹੋਣ, ਉਹਨਾਂ ਦਾ ਮਨ ਰਹਿੰਦਾ ਹੀ ਪਰਮਾਤਮਾ ਵੱਲੇ ਹੈ। ਇਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਹਰ ਵੇਲੇ ਉਹ ਪਰਮਾਤਮਾ ਦੇ ਐਸੇ ਨਾਮ ਦੇ ਵਿੱਚ ਗੁਰਮੁਖ ਪ੍ਰਾਪਤ ਰਹਿੰਦੇ ਹਨ। ਕਹ ਨਾਨਕ ਸੁਖ ਪਾਇਆ। ਮਹਾਰਾਜ ਕਹਿਣ ਲੱਗੇ ਫਿਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਅਜਿਹਾ ਸੁਖ ਮਿਲਿਆ ਹੈ ਜਿਸ ਸੁਖ ਦਾ ਵਰਣਨ ਨਹੀਂ ਕੀਤਾ ਜਾਂਦਾ ਹੈ। ਤ੍ਰਿਪਤ ਰਹੇ ਅਗਾਏ। ਉਹ ਗੁਰਮੁਖ ਸਦਾ ਵਾਸਤੇ ਤ੍ਰਿਪਤ ਹੋ ਗਏ, ਸਦਾ ਵਾਸਤੇ ਰੱਜ ਗਏ। ਇੱਕ ਭੁੱਖ ਉਹ ਹੈ ਜਿਹੜੀ ਸਾਨੂੰ 5-7 ਘੰਟਿਆਂ ਬਾਅਦ ਲੱਗਦੀ ਹੈ, ਤੇ ਅਸੀਂ ਪ੍ਰਸ਼ਾਦਾ ਛਕ ਕੇ ਰੱਜ ਜਾਂਦੇ ਹਾਂ। ਹੋਰ ਮੈਂ ਪ੍ਰਸ਼ਾਦਾ ਨਹੀਂ ਛਕਾਂਗਾ, ਮੈਂ ਰੱਜ ਗਿਆ ਹਾਂ। ਪਰ 8-10 ਘੰਟਿਆਂ ਬਾਅਦ ਫਿਰ ਭੁੱਖ ਲੱਗੇਗੀ, ਫਿਰ ਪ੍ਰਸ਼ਾਦਾ ਮੰਗੇਗਾ।
ਅਗਾਏ ਤੋਂ ਭਾਵ ਹੁੰਦਾ ਐਸਾ ਰੱਜ ਜਾਣਾ, ਮੁੜ ਕੇ ਭੁੱਖ ਨਾ ਲੱਗਣੀ, ਐਸੀ ਦਾਤ ਮਿਲਦੀ ਹੈ। ਮਾਰੂ ਮਹੱਲਾ ਪੰਜਵਾ। ਆਰੂ ਰਾਗ ਦਾ ਬਚਨ ਬਖਸ਼ਦੇ ਹਨ। ਫੂਟੋ ਆਂਡਾ ਭਰਮ ਕਾ, ਮਨ ਮਨੇ ਭਇਓ ਪ੍ਰਗਾਸ। ਜਿਸ ਵੇਲੇ ਸਤਿਗੁਰਾਂ ਨੇ ਮਨ ਵਿੱਚ ਗਿਆਨ ਬਖਸ਼ਿਸ਼ ਕੀਤਾ ਤੇ ਭਰਮ ਦਾ ਆਂਡਾ ਜਿਹੜਾ ਪੜਦਾ ਸੀ ਉਹ ਫੁੱਟ ਗਿਆ, ਪਾੜ ਗਿਆ ਹੈ। ਕਾਟੀ ਬੇਰੀ ਭਗਤ। ਸਤਿਗੁਰਾਂ ਨੇ ਪੈਰਾਂ ਦੇ ਵਿੱਚੋਂ ਵੀ ਬੇੜੀਆਂ ਕੱਟ ਦਿੱਤੀਆਂ। ਬਾਲਾ ਰਾਓ ਤੇ ਰੁਸਤਮ ਰਾਓ ਰਾਜੇ ਨੇ ਨਾ, ਉਹਨਾਂ ਦੀਆਂ ਬੇੜੀਆਂ ਕੱਟੀਆਂ ਨਾ, ਮਹਾਰਾਜ ਨੇ ਪ੍ਰਤੱਖ ਹੀ ਕੱਟ ਦਿੱਤੀਆਂ ਬੇੜੀਆਂ। ਐਸੇ ਤਰ੍ਹਾਂ ਇਹ ਸਾਡਾ ਮਨ ਤੇ ਬੁੱਧੀ ਰੂਪੀ ਦੋ ਪੈਰ ਨੇ, ਇਹਦੇ ਵਿੱਚ ਹੰਗਤਾ ਤੇ ਮਮਤਾ ਦੀਆਂ ਬੇੜੀਆਂ ਪਈਆਂ। ਹੰਗਤਾ ਹੰਕਾਰ ਦੀ ਬੇੜੀ ਵੀ ਸਾਨੂੰ ਪਈ ਹੈ ਤੇ ਮਮਤਾ ਮੋਹ ਦੀ ਬੇੜੀ ਵੀ ਪਈ ਹੈ। ਸਤਿਗੁਰੂ ਹੰਕਾਰ ਤੇ ਮੋਹ ਦੀ ਬੇੜੀ ਵੀ ਕੱਟ ਦਿੰਦੇ, ਐਸੀ ਕਿਰਪਾ ਕਰਦੇ ਹਨ। ਗੁਰ ਕੀਨੀ ਬੰਦ ਖਲਾਸ। ਸਤਿਗੁਰੂ ਜੀ ਇਸ ਤਰ੍ਹਾਂ ਬੇੜੀਆਂ ਕੱਟ ਕੇ ਖਲਾਸੀ ਕਰ ਦਿੰਦੇ, ਵਾਸ਼ਨਾ ਦੀ ਬੇੜੀ ਕੱਟ ਦਿੰਦੇ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਮੋਹ ਦੇ ਬੰਧਨਾਂ ਦੀ ਬੇੜੀ ਸਤਿਗੁਰੂ ਕੱਟ ਕੇ ਮੁਕਤ ਕਰ ਦਿੰਦੇ ਹਨ। ਆਵਣ ਜਾਣ ਰਹਿਓ। ਹੁਣ ਆਉਣਾ ਜਾਣਾ ਖਤਮ ਹੋ ਗਿਆ, ਮੁੱਕ ਗਿਆ ਹੈ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਸਤਿਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰਦੇ, ਤੱਤੇ ਉਬਲਦੇ ਹੋਏ ਕੜਾਏ ਵੀ ਜਿਹੜੇ ਸ਼ਾਂਤ ਹੋ ਗਏ। ਭਾਈ ਮਰਦਾਨਾ ਜੀ ਨੂੰ ਕੌਡੇ ਰਾਖਸ਼ ਨੇ ਫੜ ਕੇ ਜਦੋਂ ਕੜਾਏ ਵਿੱਚ ਪਾਉਣ ਵਾਸਤੇ ਕੜਾਏ ਨੂੰ ਉਬਾਲਿਆ ਨਾ, ਲੱਕੜਾਂ ਦਾ ਸੇਕ ਦੇ ਗਏ, ਤੇ ਜਦੋਂ ਭਾਈ ਮਰਦਾਨਾ ਜੀ ਨੂੰ ਚੁੱਕ ਕੇ ਕੜਾਏ ਵਿੱਚ ਸੁੱਟਣ ਲੱਗਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਐਸੀ ਕਿਰਪਾ ਵਰਤਾਈ, ਉਹ ਤੇਲ ਦਾ ਕੜਾਇਆ ਠੰਡਾ ਠਾਰ ਹੋ ਗਿਆ। ਇਹ ਬਖਸ਼ਿਸ਼ ਗੁਰੂ ਵਿੱਚ ਹੈ, ਸਮਰੱਥਾ ਹੈ। ਗੁਰੂ ਪ੍ਰਤੱਖ ਵੀ ਕੜੇ ਜਿਹੜੇ ਕੜਾਏ ਨੇ ਉਹ ਠੰਡੇ ਕਰ ਦਿੰਦਾ ਹੈ। ਤੇ ਗੁਰੂ ਪਾਤਸ਼ਾਹ ਕਿਰਪਾ ਕਰਕੇ ਇਹ ਤ੍ਰਿਸ਼ਨਾ ਦੀ ਅੱਗ ਦੇ ਨਾਲ ਜਿਹੜਾ ਸਾਡਾ ਮਨ ਰੂਪੀ ਕੜਾਇਆ ਤਤਾ ਹੋਇਆ ਪਿਆ ਨਾ, ਤ੍ਰਿਸ਼ਨਾ ਦੀ ਵੀ ਅੱਗ ਹੈ ਨਾ, 5 ਕਮਾਏ ਤੇ 50 ਹੋਣੇ ਚਾਹੀਦੇ, 50 ਕਮਾਏ ਤੇ 500 ਹੋਣਾ ਚਾਹੀਦਾ। ਇਹ ਤ੍ਰਿਸ਼ਨਾ ਦੀ ਅੱਗ ਦਾ ਕੜਾਇਆ ਇਹ ਵੀ ਮਹਾਰਾਜ ਨਾਮ ਦੇ ਕੇ ਠੰਡਾ ਕਰ ਦਿੰਦੇ, ਐਸੀ ਕਿਰਪਾ ਕਰਦੇ ਹਨ। ਰਹਾਓ ਜਬ ਤੇ ਸਾਧੂ ਸੰਗ ਭਇਆ, ਜਦੋਂ ਤੋਂ ਮਹਾਂਪੁਰਖਾਂ ਦੀ ਸੰਗਤ ਹੋਈ ਹੈ ਤੋ ਛੋੜ ਗਏ ਨਿਗਹਾਰ। ਇਹ ਨਿਗਾਹ ਰੱਖਣ ਵਾਲੇ ਕਾਮ ਕ੍ਰੋਧ ਛੱਡ ਕੇ ਚਲੇ ਗਏ, ਜਦੋਂ ਗੁਰੂ ਕਿਰਪਾ ਕਰ ਦਿੰਦਾ, ਜਾਂ ਜਮਦੂਤ ਛੱਡ ਕੇ ਚਲੇ ਗਏ ਹਨ। ਜਿਸ ਕੀ ਅਟਕ ਤਿਸ ਤੇ ਛੁੱਟੀ। ਸੋ ਕਹਿਣ ਲੱਗੇ, ਜਿਸ ਪ੍ਰਮਾਤਮਾ ਦੀ ਰੋਕ ਪਾਈ ਹੋਈ, ਪ੍ਰਮਾਤਮਾ ਨੇ ਇਹ ਰੋਕ ਪਾਈ ਹੈ ਨਾ ਮੋਹ ਦੀ, ਇਸ ਤਰ੍ਹਾਂ ਤ੍ਰਿਸ਼ਨਾ ਦੀ ਜਿਹਨੇ ਅਟਕ ਪਾਈ ਸੀ, ਉਸੇ ਪ੍ਰਮਾਤਮਾ ਨੇ ਸਾਰੀ ਅਟਕ ਤੋੜ ਦਿੱਤੀ ਹੈ। ਤੋ ਕਹਾ ਕਰੇ ਕੋਟਵਾਰ। ਹੁਣ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ, ਹੁਣ ਧਰਮ ਰਾਜਾ ਰੂਪੀ ਕੋਟਵਾਲ ਮੇਰਾ ਕੀ ਕਰੇਗਾ। ਜਿਸ ਪ੍ਰਮਾਤਮਾ ਨੇ ਮੋਹ ਰੂਪੀ ਇਹ ਸਾਨੂੰ ਰੋਕ ਪਾਈ ਸੀ, ਧੀਆਂ ਪੁੱਤਰਾਂ ਦਾ ਮੋਹ ਵੀ ਤੇ ਪ੍ਰਮਾਤਮਾ ਨਹੀਂ ਪਾਇਆ। ਜਿਸ ਪ੍ਰਮਾਤਮਾ ਨੇ ਮੋਹ ਪਾਇਆ ਸੀ ਉਹਨੇ ਹੀ ਹੁਣ ਮੋਹ ਤੋੜ ਦਿੱਤਾ ਹੈ। ਹੁਣ ਧਰਮ ਰਾਜਾ ਕੁਝ ਕਰ ਨਹੀਂ ਸਕਦਾ ਹੈ। ਚੁੱਕਾ ਭਾਰਾ ਕਰਮ ਕਾ। ਸਤਿਗੁਰੂ ਪਾਤਸ਼ਾਹ ਨੇ ਭਾਰਾ ਕਹੀਏ ਦੁੱਖ, ਭਾਰਾ ਕਹੀਏ ਬੋਝ, ਇਹ ਸਾਰਾ ਕਰਮਾਂ ਦਾ ਮੁਕਾ ਦਿੱਤਾ ਹੈ। ਹੋਏ ਨਿਹ ਕਰਮਾ। ਹੁਣ ਨਿਸ਼ਕਾਮ ਹੋ ਗਏ ਹਾਂ, ਕੋਈ ਕਾਮਨਾ ਨਹੀਂ ਰਹੀ ਹੈ। ਸਾਗਰ ਤੇ ਕੰਡੇ ਚੜੇ। ਮਹਾਰਾਜ ਦੀ ਕਿਰਪਾ ਨਾਲ ਸੰਸਾਰ ਰੂਪੀ ਸਮੁੰਦਰ ਤੋਂ ਕੰਢੇ ਚੜ ਗਏ, ਭਾਵ ਕਿ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਾਂ। ਗੁਰ ਕੀਨੇ ਧਰਮਾ। ਇਹ ਸਤਿਗੁਰਾਂ ਨੇ ਸਾਡੇ ਉੱਪਰ ਕਿਰਪਾ ਕਰਕੇ ਸ੍ਰੇਸ਼ਟ ਧਰਮ ਸਾਡਾ ਬਖਸ਼ਿਸ਼ ਕਰ ਦਿੱਤਾ ਹੈ। ਸੱਚ ਥਾਨ ਸੱਚ ਬੈਠਕਾਂ। ਉਹ ਪ੍ਰਤੱਖ ਸਥਾਨ ਵੀ ਸੱਚਾ ਹੈ, ਉਹਦੀਆਂ ਬੈਠਕਾਂ ਵੀ ਭਾਈ ਸੱਚੀਆਂ ਹਨ। ਸੱਚ ਸੁਆਉ ਬਣਾਇਆ। ਇਹ ਸੱਚਾ ਸੁਆਉ ਕਹੀਏ ਆਨੰਦ ਬਣਿਆ ਹੈ। ਸਤ ਸੰਗਤ ਰੂਪੀ ਥਾਨ ਵੀ ਸੱਚਾ ਹੈ, ਸਰੂਪ ਰੂਪੀ ਥਾਨ ਵੀ ਸੱਚਾ ਹੈ, ਤੇ ਇਸੇ ਤਰ੍ਹਾਂ ਨਿਸ਼ਚੇ ਸਹਿਤ ਬੈਠਣਾ ਇਹ ਵੀ ਸੱਚਾ ਲਾਭ ਸਾਨੂੰ ਬਣ ਕੇ ਪ੍ਰਾਪਤ ਹੋਇਆ ਹੈ। ਸੱਚ ਪੂੰਜੀ ਸੱਚ ਵੱਖਰੋ। ਉਹਨਾਂ ਗੁਰਮੁਖਾਂ ਨੇ ਸਤ ਸੰਗਤ ਰੂਪੀ ਘਰ ਦੇ ਵਿੱਚ ਪ੍ਰਤੱਖ ਸੱਚ ਪੂੰਜੀ, ਸਫਲ ਪੂੰਜੀ ਜਿਹੜੀ ਹੈ ਨਾਮ ਦੀ, ਉਹ ਪ੍ਰਾਪਤ ਕੀਤੀ ਹੈ। ਨਾਨਕ ਘਰ ਪਾਇਆ। ਮਹਾਰਾਜ ਕਹਿਣ ਲੱਗੇ, ਸਤ ਸੰਗਤ ਰੂਪੀ ਘਰ ਦੇ ਵਿੱਚ ਉਹਨਾਂ ਗੁਰਮੁਖਾਂ ਨੇ ਨਾਮ ਰੂਪੀ ਪੂੰਜੀ ਨੂੰ ਪ੍ਰਾਪਤ ਕੀਤਾ ਹੈ। ਐਸਾ ਸੌਦਾ ਕਰਕੇ ਉਹ ਗੁਰਮੁਖ ਜਿਹੜੇ ਨੇ ਉਹ ਇਸ ਸੰਸਾਰ ਵਿੱਚੋਂ ਸਫਲੇ ਹੋ ਗਏ। ਇਹ ਕਿਰਪਾ ਹੋਈ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮਾਫੀ ਦਿਓ ਸੱਜਣ, ਅਸੀਂ ਸੜੀਆਂ ਸਾਹਿਬ ਸਿਓ ਮਿਲੋ। ਸੱਚ ਥਾਨ ਸੱਚ ਬੈਠਕਾਂ। ਸੱਚ ਸੁਆਉ ਬਣਾਇਆ। ਸੱਚ ਪੂੰਜੀ ਸੱਚ ਵੱਖਰੋ।
ਨਾਨਕ ਘਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ